ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਸਮਾਜ ਨੂੰ ਦਰਪੇਸ਼, ਪੰਥ ਨੂੰ ਦਰਪੇਸ਼ ਵੱਖ-ਵੱਖ ਮੁੱਦਿਆਂ ਦੇ ਉੱਤੇ, ਵੱਖ-ਵੱਖ ਮਸਲਿਆਂ ਦੇ ਉੱਤੇ ਬਹੁਤ ਹੀ ਗੰਭੀਰਤਾ ਦੇ ਨਾਲ ਅਸੀਂ ਤੁਹਾਡੇ ਤੱਕ ਵਿਚਾਰ ਪਹੁੰਚਾਉਂਦੇ ਹਾਂ। ਇਹ ਤੁਹਾਡਾ ਹੀ ਪ੍ਰੋਗਰਾਮ ਹੈ ਔਰ ਇਸ ਦੇ ਵਿੱਚ ਤੁਹਾਡੇ ਵਿਚਾਰਾਂ ਨੂੰ ਸ਼ਾਮਲ ਕਰਕੇ ਅਸੀਂ ਉਹਨਾਂ ਥਾਵਾਂ ਤੱਕ ਤੁਹਾਡੀ ਆਵਾਜ਼ ਪਹੁੰਚਾਉਂਦੇ ਹਾਂ ਜਿੱਥੇ ਨਵੀਂ ਕਾੜਤ ਘੜੀ ਜਾਂਦੀ ਹੈ। ਆਵਾਜ਼-ਏ ਖਲਕ ਨਕਾਰਾ-ਏ ਖੁਦਾ। ਹਰ ਆਵਾਜ਼ ਇੱਕ ਤਰੰਗ ਹੈ ਜਿਹੜੀ ਕਿ ਆਪਣੀ ਮੰਜ਼ਿਲ ਮਕਸੂਦ ਤੱਕ ਜ਼ਰੂਰ ਪਹੁੰਚਦੀ ਹੈ। ਇਹ ਮਤ ਖਿਆਲ ਕੀਤਾ ਜਾਏ ਕਿ ਅਸੀਂ ਕੀ ਕਰ ਸਕਦੇ ਹਾਂ। ਤੁਹਾਡਾ ਇੱਕ ਇੱਕ ਲਫ਼ਜ਼, ਤੁਹਾਡਾ ਇੱਕ ਇੱਕ ਅੱਖਰ ਅਹਿਮੀਅਤ ਰੱਖਦਾ ਹੈ, ਕਿਉਂਕਿ ਜਿਹੜੇ ਵੀ ਆਗੂ ਹਨ ਜਿਨ੍ਹਾਂ ਨੇ ਨੀਤੀਆਂ ਘੜਨੀਆਂ ਹਨ ਉਹ ਬਹੁਤ ਚੇਤੰਨ ਹਨ, ਕਿਉਂਕਿ ਜਨਤਾ ਦੀ ਆਵਾਜ਼ ਨੂੰ, ਪਬਲਿਕ ਦੀ ਆਵਾਜ਼ ਨੂੰ ਉਹ ਨਕਾਰ ਨਹੀਂ ਸਕਦੇ। ਤੁਹਾਡੀ ਆਵਾਜ਼, ਤੁਹਾਡੇ ਵਿਚਾਰਾਂ ਨੂੰ ਅਸੀਂ ਜਿਨ੍ਹਾਂ ਵੀ ਆਪਣੇ ਮਹਿਮਾਨ ਇਸ ਪ੍ਰੋਗਰਾਮ ਵਿੱਚ ਸ਼ਾਮਲ ਕਰਦੇ ਹਾਂ ਉਹਨਾਂ ਦੇ ਨਾਲ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਸਕੀਏ। ਸੋ ਇਹ ਪ੍ਰੋਗਰਾਮ ਦੇ ਵਿੱਚ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਿਹੜੇ ਹੁਣ ਦੇ ਮਸਲੇ ਹਨ ਉਹਨਾਂ ਨੂੰ ਪੂਰੀ ਤਰ੍ਹਾਂ ਇਮਾਨਦਾਰੀ ਦੇ ਨਾਲ ਤੁਹਾਡੇ ਤੱਕ ਪੇਸ਼ ਕਰੀਏ। ਸਭ ਤੋਂ ਪਹਿਲੇ ਕੁਝ ਸੁਰਖੀਆਂ ਹਨ ਜਿਹੜੀਆਂ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਚਾਹਾਂਗੇ। ਅੱਜ ਦੀ ਸਭ ਤੋਂ ਵੱਡੀ ਸੁਰਖੀ ਸ਼ਾਇਦ ਖਬਰਾਂ ਦੇ ਵਿੱਚ ਮੁੱਖ ਰੂਪ ਧਾਰਨ ਕਰੇਗੀ, ਉਹ ਹੈ ਪੰਜਾਬ ਦੇ ਚੋਣ ਕਮਿਸ਼ਨ ਨੇ ਬਹੁਤ ਹੀ ਇੱਕ ਕਰੜੀ ਕਾਰਵਾਈ ਕਰਦਿਆਂ ਹੋਇਆਂ ਪੰਜਾਬ ਦੇ ਡਾਇਰੈਕਟਰ ਜਨਰਲ ਪੁਲਿਸ ਸ਼੍ਰੀ ਸੁਮੇਧ ਸੈਣੀ ਨੂੰ ਉਹਨਾਂ ਦੇ ਅਹੁਦੇ ਤੋਂ ਬਦਲ ਕੇ ਉਹਨਾਂ ਦੀ ਥਾਂ 3 ਸੀਨੀਅਰ ਪੁਲਿਸ ਅਧਿਕਾਰੀਆਂ ਦਾ ਇੱਕ ਪੈਨਲ ਨਿਯੁਕਤ ਕਰਨ ਦਾ ਆਦੇਸ਼ ਜਾਰੀ ਕੀਤਾ ਹੈ। ਦਰਅਸਲ ਸ਼੍ਰੀ ਸੁਮੇਧ ਸੈਣੀ ਸ਼੍ਰੋਮਣੀ ਅਕਾਲੀ ਦਲ ਦੇ ਕਾਫੀ ਕਰੀਬੀ ਸਨ ਔਰ ਉਹਨਾਂ ਦੇ ਉੱਤੇ ਕਈ ਇਤਰਾਜ਼ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਉਹਨਾਂ ਨੂੰ ਹੀ ਡੀਜੀਪੀ ਨਿਯੁਕਤ ਕੀਤਾ ਗਿਆ ਸੀ। ਇਹ ਪੰਜਾਬ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਸਾਖ ਦੇ ਉੱਤੇ ਇੱਕ ਬਹੁਤ ਵੱਡਾ ਇੱਕ ਟਿੱਪਣੀ ਹੈ ਜਿਹੜੀ ਕਿ ਚੋਣ ਕਮਿਸ਼ਨ ਨੇ ਕੀਤੀ ਹੈ ਔਰ ਕੁਦਰਤੀ ਤੌਰ ਦੇ ਉੱਤੇ ਇਹ ਜਿਹੜੀ ਕਾਰਵਾਈ ਹੋਈ ਹੈ ਇਹ ਵਿਰੋਧੀ ਧਿਰ ਦੀਆਂ ਪਾਰਟੀਆਂ ਵੱਲੋਂ ਸ਼ਿਕਾਇਤਾਂ ਪਹੁੰਚਣ ਤੋਂ ਬਾਅਦ ਕੀਤੀਆਂ ਗਈਆਂ। ਇਸ ਤੋਂ ਇਲਾਵਾ ਹੋਰ ਵੀ ਸ਼ਿਕਾਇਤਾਂ ਕਾਫੀ ਚੋਣ ਕਮਿਸ਼ਨ ਕੋਲ ਹਨ ਜਿਨ੍ਹਾਂ ਵਿੱਚ ਮਜੀਠੀਆ ਸਾਹਿਬ ਦੇ ਉੱਤੇ, ਬਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ ਉਹਨਾਂ ਵੱਲੋਂ ਕੋਈ ਅਪਸ਼ਬਦ ਬੋਲਣ ਔਰ ਧਮਕੀਆਂ ਦੇਣ ਦੇ ਉਹਨਾਂ ਦੇ ਉੱਤੇ ਵੀ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕੀਤੇ ਹਨ ਅਤੇ ਕਾਰਵਾਈ ਦੀ ਆਸ ਕੀਤੀ ਜਾਂਦੀ ਹੈ। ਸੋ ਚੋਣਾਂ ਦੇ ਲਿਹਾਜ਼ ਦੇ ਨਾਲ ਇਹ ਖਬਰ ਬਹੁਤ ਹੀ ਮਹੱਤਵਪੂਰਨ ਹੈ ਔਰ ਜਿਸ ਦਾ ਅਸਰ ਕਾਫੀ ਪਏਗਾ। ਹੁਣ ਅਸੀਂ ਕੁਝ ਹੋਰ ਤੁਹਾਡੇ ਨਾਲ ਸੁਰਖੀਆਂ ਜ਼ਰੂਰ ਸਾਂਝੀਆਂ ਕਰਨੀਆਂ ਚਾਹਾਂਗੇ। ਦਰਅਸਲ ਇਹ ਪ੍ਰੋਗਰਾਮ ਕੇਵਲ ਰਾਜਨੀਤਕ ਗੱਲਾਂ ਲਈ ਨਹੀਂ ਬਲਕਿ ਜਿਵੇਂ ਦੱਸਿਆ ਹੈ, ਜਿਵੇਂ ਆਪ ਵੇਖਦੇ ਹੋ ਕਿ ਧਾਰਮਿਕ, ਸਮਾਜਿਕ ਔਰ ਪੰਥਕ ਮਸਲੇ ਔਰ ਉਹਨਾਂ ਦੇ ਉੱਤੇ ਵੀ ਬਹੁਤ ਹੀ ਗੰਭੀਰਤਾ ਦੇ ਨਾਲ ਜਿਹੜੇ ਤੱਥ ਹਨ ਉਹਨਾਂ ਦੇ ਆਧਾਰਿਤ ਇਹ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ। ਸਭ ਤੋਂ ਪਹਿਲੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ
ਇਹ ਪੰਜ ਤਖਤਾਂ ਦੇ ਵਿੱਚੋਂ ਇੱਕ ਪ੍ਰਮੁੱਖ ਤਖਤ ਹੈ, ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋਤੀ ਜੋਤ ਸਮਾਏ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇ ਦਿੱਤੀ। ਇਹ ਇੱਕ ਬਹੁਤ ਹੀ ਮਹੱਤਵਪੂਰਨ ਸਥਾਨ ਹੈ ਔਰ ਜਿਸ ਦੀ ਦਰਸ਼ਨ ਦੀਦਾਰ ਦੀ ਅਰਦਾਸ ਹਰ ਸਿੱਖ ਹਰ ਅਰਦਾਸ ਵਿੱਚ ਸਵੇਰੇ ਸ਼ਾਮ ਹੁੰਦੀ ਹੈ। ਪੰਜਾਂ ਤਖਤਾਂ ਦੀ ਅਰਦਾਸ ਕੀਤੀ ਜਾਂਦੀ ਹੈ। ਪਰ ਕਾਫੀ ਚਿਰ ਤੋਂ ਕੁਝ ਲੋਕ ਜਿਹੜੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਾਫੀ ਸਮੇਂ ਤੋਂ ਇਹ ਕੋਸ਼ਿਸ਼ ਸੀ ਕਿ ਅਸੀਂ ਗੁਰੂ ਨਾਨਕ ਸਾਹਿਬ ਨੂੰ ਤਾਂ ਮੰਨਦੇ ਹਾਂ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਉਹਨਾਂ ਦੀ ਗੱਲ ਨਹੀਂ ਸੀ ਸਿਰੇ ਬਹਿੰਦੀ ਔਰ ਬਲਕਿ ਇੱਥੇ ਤੱਕ ਵੀ ਕਹਿ ਦਿੱਤਾ ਕਿ ਹਜ਼ੂਰ ਸਾਹਿਬ ਜਾਣਾ ਬੰਦ ਕਰ ਦਿਓ, ਇਹ ਦੁਕਾਨ ਬੰਦ ਹੋ ਜਾਏਗੀ। ਇੱਕ ਜ਼ਿੰਮੇਵਾਰ ਵਿਅਕਤੀ ਨੇ ਖੈਰ ਉਸ ਦੇ ਉੱਤੇ ਕਾਰਵਾਈ ਵੀ ਹੋਈ। ਹਜ਼ੂਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੇ ਸਮੇਂ ਤੋਂ ਇਤਿਹਾਸਕ ਸ਼ਸਤਰ ਹਨ ਔਰ ਬਹੁਤ ਹੀ ਕਮਾਲ ਦੇ ਸ਼ਸਤਰ ਹਨ, ਜਿਨ੍ਹਾਂ 'ਚ ਖਪਰਾ ਤੀਰ ਵੀ ਹੈ। ਉਹ ਤੀਰ ਵੀ ਹਨ ਜਿਨ੍ਹਾਂ 'ਚ 1.25 ਤੋਲਾ ਸੋਨਾ ਲੱਗਾ ਹੁੰਦਾ ਹੈ ਔਰ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਆਪਣਾ ਸ਼ਸਤਰ ਹੈ ਜਿਸ ਨੂੰ ਅਸ਼ਟਭੁਜਾ ਗਜਗਾਹ ਸ਼ਸਤਰ ਕਿਹਾ ਜਾਂਦਾ ਹੈ। ਇਹ ਅਸ਼ਟਭੁਜਾਵਾਂ ਵਾਲਾ ਸ਼ਸਤਰ ਹੈ ਜਿਸ ਦੀਆਂ 8 ਭੁਜਾਵਾਂ ਹਨ। ਤੁਸੀਂ ਦੇਖ ਰਹੇ ਹੋ 2 2 4 ਤੇ 6 ਤੇ 2 8 ਭੁਜਾਵਾਂ ਵਾਲਾ ਸ਼ਸਤਰ ਹੈ, ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਆਪਣਾ ਸ਼ਸਤਰ ਹੈ ਜਿਹੜਾ ਉਹ ਵਰਤਦੇ ਹੁੰਦੇ ਸਨ। ਅੰਦਾਜ਼ਾ ਲਗਾਓ ਜਦੋਂ ਇਹ ਜਿਸ ਦੇ ਉੱਤੇ ਸ਼ਸਤਰ ਵਰਤਿਆ ਜਾਏਗਾ ਉਹ ਕੀ ਹੋਏਗਾ। ਪਰ ਔਰ ਇਸ ਸ਼ਸਤਰ ਦਾ ਜ਼ਿਕਰ ਪੁਰਾਣੇ ਇਤਿਹਾਸਕ ਹਵਾਲਿਆਂ ਵਿੱਚ ਵੀ ਹੈ ਔਰ 1914 ਵਿੱਚ ਛਪੇ ਭਾਈ ਕਾਹਨ ਸਿੰਘ ਜੀ ਨਾਭਾ ਨੇ ਵੀ ਮਹਾਨ ਕੋਸ਼ ਵਿੱਚ ਇਸ ਦਾ ਜ਼ਿਕਰ ਕੀਤਾ ਹੈ। ਪਰ ਬੜੇ ਹੀ ਅਫਸੋਸ ਦੀ ਗੱਲ ਹੈ ਕਿ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਉਹਨਾਂ ਨੇ ਇਸ ਨੂੰ ਤ੍ਰਿਸ਼ੂਲ ਦਾ ਨਾਂ ਦੇ ਕੇ ਕਿ ਇਹ ਤ੍ਰਿਸ਼ੂਲ ਹੈ, ਇਹ ਕਹਿ ਕੇ ਉਹਨਾਂ ਨੇ ਇਸ ਦੇ ਬਾਰੇ ਬੇਹੁਰਮਤੀ ਔਰ ਇਸ ਦੀ ਨਿਰਾਦਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਦਰਅਸਲ ਸ਼ਾਇਦ ਇਸੇ ਬਾਰੇ ਹੀ ਕਿਹਾ ਜਾਂਦਾ ਹੈ ਕਿ ਜਿੰਨੀ ਦੇਰ ਤੱਕ ਕਿਸੇ ਨੂੰ ਸਮਝ ਨਾ ਹੋਏ ਇੱਦਾਂ ਦੀਆਂ ਹਰਕਤਾਂ ਠੀਕ ਨਹੀਂ। ਬਲਕਿ ਇਹੀ ਨਹੀਂ, ਹਜ਼ੂਰ ਸਾਹਿਬ ਦੇ ਬਾਰੇ ਕਾਫੀ ਸਮੇਂ ਤੋਂ ਐਸਾ ਦੁਸ਼ਪ੍ਰਚਾਰ ਆਰੰਭਿਆ ਗਿਆ ਜਿਸ ਦੇ ਬਾਰੇ ਕਦੀ ਕਿਸੇ ਵੇਲੇ ਪੂਰੇ ਵਿਸਥਾਰ ਸਹਿਤ ਜ਼ਿਕਰ ਕੀਤਾ ਜਾਏਗਾ। ਪਰ ਇਸ ਨੂੰ ਤ੍ਰਿਸ਼ੂਲ ਦਾ ਨਾਂ ਦੇਣਾ, ਤ੍ਰਿਸ਼ੂਲ ਦੀਆਂ ਤ੍ਰਿਸ਼ੂਲ ਜਿਹਦੀਆਂ 3 ਸੂਲ 3 ਭੁਜਾਵਾਂ ਹੋਣ ਪਰ ਇਸ ਦੀਆਂ 8 ਭੁਜਾਵਾਂ ਹੈ, ਇਸ ਨੂੰ ਅਸ਼ਟਭੁਜਾ ਗਜਗਾਹ ਸ਼ਸਤਰ ਕਿਹਾ ਜਾਂਦਾ, ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਆਪਣਾ ਨਿੱਜੀ ਸ਼ਸਤਰ ਹੈ ਜਿਹੜਾ ਗੁਰੂ ਸਾਹਿਬ ਵਰਤਦੇ ਸੀ। ਦਰਅਸਲ ਅਸਤਰ ਤੇ ਸ਼ਸਤਰ ਇਹ 2 ਲਫ਼ਜ਼ ਹੁੰਦੇ ਹੈ। ਅਸਤਰ ਉਹ ਹੁੰਦਾ ਹੈ ਜਿਸ ਨੂੰ ਸੁੱਟ ਕੇ ਮਾਰਿਆ ਜਾਏ, ਜਿਵੇਂ ਤੀਰ ਹੈ, ਨੇਜ਼ਾ ਹੈ, ਇਹਨਾਂ ਨੂੰ ਅਸਤਰ ਕਿਹਾ ਜਾਂਦਾ ਹੈ। ਜਿਹੜਾ ਹੱਥ ਵਿੱਚ ਫੜ ਕੇ ਵਰਤਿਆ ਜਾਏ ਉਸ ਨੂੰ ਸ਼ਸਤਰ ਕਿਹਾ ਜਾਂਦਾ। ਸੋ ਪਹਿਲੀ ਸੁਰਖੀ ਇਹ ਜ਼ਰੂਰੀ ਹੈ ਜਿਹੜੀ ਕਿ ਤੁਹਾਡੀ ਗਿਆਤ ਲਈ, ਤਾਂ ਕਿ ਇਹਨਾਂ ਪੰਬਲ ਭੁਲੇਖੇ ਪਾਉਣ ਵਾਲਿਆਂ ਤੋਂ, ਪੰਬਲ ਪੂਸਾ ਪਾਉਣ ਵਾਲਿਆਂ ਤੋਂ ਬਚਿਆ ਜਾਏ। ਦੂਸਰੀ ਇੱਕ ਬਹੁਤ ਮਹੱਤਵਪੂਰਨ, ਤੁਹਾਨੂੰ ਅਸੀਂ ਕੁਝ ਸ਼ਹੀਦੀ ਟਾਈਲਾਂ ਦਾ ਉਹਨਾਂ ਦੀ ਤਸਵੀਰ ਦਿਖਾਉਂਦੇ ਹਾਂ। ਇਹ ਟਾਈਲਾਂ ਦੀ 2 ਤਸਵੀਰਾਂ ਜਿਹੜੀਆਂ ਤੁਸੀਂ ਇਸ ਤੋਂ ਅਗਲੀ ਹੋਏਗੀ, ਤੇ ਜਿਹੜੀਆਂ ਟਾਈਲਾਂ ਹਾਂ ਜੀ, ਇਹ ਟਾਈਲਾਂ ਹਨ, ਇਹ ਹਰਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਅਜੇ ਵੀ ਸਾਂਭੀਆਂ ਹਨ। ਕੱਲੂਕਾਰੇ ਦੇ ਵਿੱਚ ਖੂਨ ਨਾਲ ਸਿੰਜੀਆਂ ਗਈਆਂ, ਪੂਰੀ ਤਰ੍ਹਾਂ ਲਬਾਲਬ ਸਿੰਜੀਆਂ ਗਈਆਂ ਔਰ ਖੂਨ ਇਹਦੇ ਤੇ ਪੂਰੀ ਤਰ੍ਹਾਂ ਜੰਮ ਗਿਆ, ਜਿਹੜਾ ਕਿ ਹਟਾਉਣ ਦੇ ਬਾਵਜੂਦ ਵੀ ਨਹੀਂ ਹਟਿਆ। ਜਥੇਦਾਰ ਸੁਖਦੇਵ ਸਿੰਘ ਪੌਰ, ਜਨਰਲ ਸਕੱਤਰ, ਉਹਨਾਂ ਨੇ ਇਹਦੀ ਪਛਾਣ ਕਰਾਈ। ਉਹਨਾਂ ਨੇ ਵੀ ਦੱਸਿਆ ਕਿ ਇਹ ਕੱਲੂਕਾਰੇ ਦੀ ਇਹ ਯਾਦਗਾਰ, ਇਹ ਜਿਹੜੀਆਂ ਟਾਈਲਾਂ ਹਨ, ਜਿਹੜੀਆਂ ਦਰਸ਼ਨੀ ਡਿਓੜੀ ਤੋਂ ਜਿਸ ਵੇਲੇ, ਜਿਹੜੇ ਘੰਟਾਘਰ ਵਾਲੀ ਬਾਹੀ ਤੋਂ ਜਿਸ ਵੇਲੇ ਥੱਲੇ ਉਤਰਿਆ ਜਾਏ, ਸੱਜੇ ਪਾਸੇ ਉਤਰਦਿਆਂ ਸਾਰ ਹੀ ਇਹ
ਟਾਈਲਾਂ ਹਨ ਜਿਹੜੀਆਂ ਅਜੇ ਵੀ ਹਨ। ਡਰ ਇਹ ਹੈ ਕਿ ਸੁੰਦਰੀਕਰਨ ਦੇ ਨਾਂ ਦੇ ਉੱਤੇ ਜਿਵੇਂ ਸਾਰੇ ਨਿਸ਼ਾਨ ਮਿਟਾ ਦਿੱਤੇ ਗਏ, ਕਿਧਰੇ ਇਹ ਟਾਈਲਾਂ ਦੇ ਨਿਸ਼ਾਨ ਵੀ ਨਾ ਸਾਂਭੇ ਜਾਣ। ਇਸ ਤੋਂ ਪਿੱਛੇ ਜਿਹੜੀਆਂ ਤੁਹਾਨੂੰ ਦਿਖਾਈਆਂ ਸੀ, ਜਿਹਦੇ ਤੇ 19 ਜਨਵਰੀ 1986 ਦੀਆਂ ਤਰੀਕ ਵਾਲੀਆਂ 2 ਸਲੈਬਸ ਹਨ, ਜਿਹੜੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਉਹਨਾਂ ਦੇ ਜੀ ਹਾਂ, ਇਹ ਹੈ ਜਦੋਂ ਬਰਨਾਲਾ ਸਰਕਾਰ ਵੇਲੇ ਹਰਿਮੰਦਰ ਸਾਹਿਬ ਦੇ ਵਿੱਚ ਗੋਲੀ ਚਲਾਈ ਗਈ 19 ਜਨਵਰੀ 86। ਇਸ ਨੂੰ ਸਾਂਭਿਆ ਪਿਆ ਸੀ, ਨਿਸ਼ਾਨ ਲਗਾ ਕੇ ਇਸ ਨੂੰ ਸੁਰੱਖਿਅਤ ਰੱਖਿਆ ਸੀ। ਪਰ ਇਸ ਤੋਂ ਅਗਲੀ ਤਸਵੀਰ ਵਿੱਚ ਵੀ ਨਜ਼ਰ ਆਏਗੀ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਔਰ ਉਹਦੇ 'ਚ ਉਹ ਗੋਲੀਆਂ ਦੇ ਨਿਸ਼ਾਨ ਸੀ। ਪਰ ਇਸ ਨੂੰ ਵੀ ਹੁਣ ਮਿਟਾ ਦਿੱਤਾ ਗਿਆ। ਹੁਣ ਇਹ ਵੀ ਬਹੁਤ ਸੁੰਦਰ ਔਰ ਸੋਹਣਾ ਕਰ ਦਿੱਤਾ ਗਿਆ। ਕੀ ਕਦੇ ਕਿਸੇ ਨੇ ਸੋਚਿਆ ਕਿ ਜਲਿਆਂਵਾਲੇ ਬਾਗ ਦੇ ਨਿਸ਼ਾਨ ਵੀ ਕਦੀ ਸੁੰਦਰੀਕਰਨ ਦੇ ਨਾਂ ਦੇ ਉੱਤੇ ਕੋਈ ਹਿੰਮਤ ਕਰੇਗਾ? ਇਸ ਤੋਂ ਅਗਲੀ ਤਸਵੀਰ ਦਸਤਾਰ ਦੇ ਵਿੱਚ ਨੌਜਵਾਨ ਦੀ ਤੁਸੀਂ ਆਪ ਦੇਖੋਗੇ, ਪਗੜੀ ਦੇ ਵਿੱਚ, ਜਿਹੜੀ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਚਿੱਟੀ ਪਗੜੀ ਹੈ ਔਰ ਇਹ ਤਸਵੀਰ ਹੈ, ਸ਼ਾਇਦ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੈ, 1975 ਐਮਰਜੈਂਸੀ ਦੇ ਦੌਰਾਨ ਇਹ ਸ਼੍ਰੀ ਨਰਿੰਦਰ ਮੋਦੀ ਦੀ ਤਸਵੀਰ ਹੈ, ਜਿਹੜਾ ਕਿ ਗ੍ਰਿਫਤਾਰੀ ਤੋਂ ਬਚਣ ਲਈ ਉਹਨਾਂ ਨੇ ਇਹ ਸਿੱਖ ਦਾ ਨਕਲੀ ਰੂਪ ਧਾਰਿਆ। ਸੋ ਇਹ ਕੁਝ ਕੁ ਸੁਰਖੀਆਂ ਹਨ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹਨ, ਪਰ ਬਹੁਤ ਹੀ ਮਹੱਤਵਪੂਰਨ ਹੈ ਕਿ ਜਿਹੜੀਆਂ ਯਾਦਗਾਰਾਂ ਹਨ ਉਹਨਾਂ ਨੂੰ ਸਾਂਭਿਆ ਜਾਏ, ਔਰ ਖ਼ਾਸ ਕਰਕੇ ਜਿਹੜੇ ਆਪਣੇ ਇਤਿਹਾਸਕ ਸਥਾਨ ਹਨ ਉਹਨਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਂਭੀਆਂ ਹੋਈਆਂ ਹਨ ਉਹਨਾਂ ਪ੍ਰਤੀ ਸਾਨੂੰ ਜਾਣਕਾਰੀ ਵੀ ਹੋਵੇ। ਐਸਾ ਨਾ ਹੋਵੇ ਕਿਧਰੇ ਅਸੀਂ ਭੁਲੇਖੇ 'ਚ ਪੈ ਕੇ ਕਿਧਰੇ ਅਚੇਤ ਪਾਪ ਦੇ ਭਾਗੀ ਨਾ ਬਣ ਜਾਈਏ। ਸੋ ਇਹ ਬਹੁਤ ਹੀ ਅਹਿਮ ਹੈ, ਇਹ ਤੁਹਾਡੇ ਤੱਕ ਜਾਣਕਾਰੀ ਦੇਣੀ ਜ਼ਰੂਰੀ ਸੀ। ਇੱਕ ਹੋਰ ਹਵਾਲਾ ਦਿੱਤਾ ਜਾ ਸਕਦਾ ਹੈ, ਪਟਨਾ ਸਾਹਿਬ ਦੇ ਵਿੱਚ ਇੱਕ ਹੁਕਮਨਾਮਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ। ਦਰਅਸਲ ਜਿਹੜਾ ਸਾਹਿਤ ਹੁੰਦਾ ਹੈ ਔਰ ਜਿਹੜੀਆਂ ਲਿਖਤਾਂ ਹੁੰਦੀਆਂ ਉਹਨਾਂ ਦੇ ਆਯਾਮ, ਉਹਨਾਂ ਦੇ ਸਮੇਂ ਨਾਲ ਉਹਨਾਂ ਦੇ ਅਰਥ ਵੀ ਬਦਲਦੇ ਹੈ। ਉਸ ਹੁਕਮਨਾਮੇ ਦੇ ਲਫ਼ਜ਼ ਹੈ ਕਿ ਸਿੱਖਾਂ ਨੂੰ ਆਦੇਸ਼ ਕੀਤਾ ਸੀ ਕਿ ਨੀਲੇ ਰੰਗ ਦੇ ਅੱਛੀ ਕਿਸਮ ਦੇ ਹੁੱਕੇ ਭੇਜਣਾ। ਦਰਅਸਲ ਜੇ ਤੁਸੀਂ ਮਹਾਨ ਕੋਸ਼ ਵੇਖੋ ਔਰ ਉਸ ਵੇਲੇ ਦੇ ਜਿਹੜੀਆਂ ਲਿਖਤਾਂ ਹਨ, ਹੁੱਕਾ ਮਰਤਬਾਨ ਨੂੰ ਜਾਂ ਜੁਐਲਰੀ ਬਾਕਸ ਨੂੰ ਕਿਹਾ ਜਾਂਦਾ ਹੈ, ਜਿਹਦੇ ਵਿੱਚ ਸ਼ੀਸ਼ੇ ਦੇ ਜੁਐਲਰੀ ਬਾਕਸ ਨੂੰ ਹੁੱਕਾ ਕਿਹਾ ਜਾਂਦਾ ਸੀ। ਸਮੇਂ ਦੇ ਨਾਲ ਸ਼ਬਦਾਵਲੀ ਵੀ ਬਦਲਦੀ ਹੈ। ਕੁਝ ਸਾਲ ਪਹਿਲਾਂ ਤੱਕ ਗੇ ਦਾ ਅਰਥ ਕੁਝ ਹੋਰ ਹੁੰਦਾ ਸੀ। ਗੇ ਲਾਰਡ ਰੈਸਟੋਰੈਂਟ ਦਿੱਲੀ ਦੇ ਵਿੱਚ ਬੜਾ ਮਸ਼ਹੂਰ ਹੈ, ਹੁਣ ਗੇ ਦੇ ਅਰਥ ਬਦਲ ਗਏ। ਸੋ ਕਿਧਰੇ ਵੀ ਜਦੋਂ ਅਸੀਂ ਪੁਰਾਤਨਤਾ ਵੱਲ ਜਾਈਏ ਤਾਂ ਸਾਨੂੰ ਇੰਨੀ ਕੁ ਸੋਝੀ ਅਗਰ ਨਹੀਂ ਸਮਝ ਆਈ ਤੇ ਇਹ ਚੰਗੀ ਗੱਲ ਹੈ ਕਿ ਉਹਦੇ ਬਾਰੇ ਪੁੱਛ ਲਈਏ, ਜਾਣਕਾਰੀ ਹਾਸਲ ਕਰੀਏ, ਨਾ ਕਿ ਕੋਈ ਐਸੀ ਗਲਤ ਟਿੱਪਣੀ ਕਰ ਦਈਏ ਜਿਹੜੀ ਕਿ ਗੁਰੂ ਨਿੰਦਾ ਵਾਲੀ ਗੱਲ ਬਣ ਜਾਏ। ਸਮਾਂ ਹੈ ਇੱਕ ਛੋਟੇ ਜਿਹੇ ਵਕਫੇ ਦਾ, ਉਹਦੇ ਬਾਅਦ ਮੁੜ ਹਾਜ਼ਰ ਹੋਵਾਂਗੇ। ਆਇਓ ਸ਼ਰਨ ਤੁਹਾਰੀ, ਆਇਓ ਸ਼ਰਨ ਤੁਹਾਰੀ, ਆਇਓ ਸ਼ਰਨ ਤੁਹਾਰੀ, ਆਇਓ ਸਤ ਬੋਲ, ਸਤ ਬੋਲ, ਸਤ ਬੋਲ, ਸਤ ਬੋਲ। ਅੱਧਾ ਘੰਟਾ ਖੜਾ ਰਿਹਾ, ਐਦਾਂ ਅਰਦਾਸਾਂ ਵੀ ਕੀਤੀਆਂ, ਪਤਾਸੇ ਵੀ ਚੜਾਏ। ਮੈਨੂੰ ਇੱਧਰ ਆ ਕੇ ਜਵਾਬ ਦੇ ਵੀ ਕੀ ਸਿੱਖਿਆ? ਕੁਝ ਵੀ ਨਹੀਂ। ਮੈਨੂੰ ਸਵਾਲ ਕਰ, ਮੈਨੂੰ ਸਿੱਖ ਨੂੰ ਸਵਾਲ ਕਰ, ਕਿਸੇ ਨੂੰ ਚੜ੍ਹਦੀ ਕਲਾ ਵਾਲੇ ਨੂੰ ਸਵਾਲ ਕਰ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਕਿਉਂ ਟੇਕਿਆ? ਮੈਂ ਤੈਨੂੰ ਪੁੱਛਿਆ ਕਿਉਂ ਟੇਕਿਆ? ਕੀ ਮਿਲਿਆ? ਕੁਝ ਵੀ ਨਹੀਂ। ਮੈਨੂੰ ਪੁੱਛ ਕਿਉਂ ਟੇਕਿਆ? ਤਾਂ ਟੇਕਿਆ ਇਹੋ ਜਿਹੇ ਬਚਨ ਨਹੀਂ ਸੁਣਾਏ ਕਿਸੇ ਨੇ। ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਤਾਂ ਟੇਕਿਆ, ਐਸੀ ਦਲੀਲ ਨਹੀਂ ਦਿੱਤੀ ਕਿਸੇ ਨੇ।
ऐसी जीवन जात नहीं देंदा कोई, मैं क्यों ना टेका मत्था। एक ओंकार। चीना ज्वेलर्स सैक्रामेंटो कैलिफोर्निया येथे अवेलेबल है 22 कैरेट गोल्ड ज्वेलरी ते गोल्ड कॉइन्स। ਅਸੀਂ ਕਰਦੇ ਹਾਂ 골ਡ ਕੋਇਨਸ ਦੀ ਸ਼ਿਪਿੰਗ ਪੂਰੇ USA ਵਿੱਚ। ਐਕਸਕਲੂਸਿਵ ਵੈਰਾਈਟੀ ਬ੍ਰਾਈਡਲ ਸੈਟਸ ਤੇ ਬੈਂਗਲਸ ਵਿੱਚ। ਕਸਟਮਰਸ ਦੀ ਤਸੱਲੀ ਲਈ 골ਡ ਪਿਓਰਿਟੀ ਚੈੱਕ ਕਰਨ ਲਈ ਕੰਪਿਊਟਰਾਈਜ਼ਡ ਮਸ਼ੀਨ। ਅਸੀਂ ਪੇ ਕਰਦੇ ਹਾਂ ਟੌਪ ਡਾਲਰਸ। ਤੁਸੀਂ ਆਪਣੀ ज्वेलरी गहने भी रख सकते हो। लोन फॉर गोल्ड अपना सोना रखो ते ले जाओ कैश। For any inquiry call इंद्रजीत से या विजिट करो चीना ज्वेलर्स। टैक्स प्रॉब्लम? नो प्रॉब्लम। कंप्यूटेक्स INC आओ ते अपने टैक्सां दा मसला सुलझाओ। कंप्यूटेक्स INC बिजनेस ਅਤੇ ਪਰਸਨਲ ਇਨਕਮ ਟੈਕਸ। ਅਸੀਂ ਪੇਰੋਲ ਐਂਡ ਸਰਟੀਫਾਈਡ ਪੇਰੋਲ ਟੈਕਸਸ, MTA ਟੈਕਸਸ, ਵਰਕਰਸ ਕੰਪਨਸੇਸ਼ਨ, ਬੁੱਕ ਕੀਪਿੰਗ ਆਦਿ ਵੀ ਕਰਦੇ ਹਾਂ। ਕੰਪਿਊਟੈਕਸ INC ਹਰ ਵੇਲੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। 20 ਸਾਲਾਂ ਦਾ ਤਜਰਬਾ। We cover all 50 states। ਅਸੀਂ ਪੰਜਾਬੀ, ਉਰਦੂ ਅਤੇ ਹੋਰ ਵੀ ਭਾਸ਼ਾ ਬੋਲਦੇ ਹਾਂ। ਵਧੇਰੀ ਜਾਣਕਾਰੀ ਲਈ ਸਾਨੂੰ ਕੰਟੈਕਟ ਕਰੋ 7183715555 7184265695। ਲੈਂਸਿੰਗ ਮਿਸ਼ੀਗਨ ਵਿੱਚ ਖਾਲਸੇ ਦੇ ਜਨਮ ਦਿਹਾੜੇ ਤੇ ਗੁਰੂ ਨਾਨਕ ਸਿੱਖ ਸੈਂਟਰ ਲੈਂਸਿੰਗ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਨਗਰ ਕੀਰਤਨ ਅਤੇ ਵਿਸਾਖੀ ਮੇਲਾ 26 ਅਪ੍ਰੈਲ ਸ਼ਨੀਵਾਰ। ਭੋਗ ਸ਼੍ਰੀ ਅਖੰਡ ਪਾਠ ਸਾਹਿਬ ਜੀ ਸਵੇਰੇ 7 ਵਜੇ ਸ਼੍ਰੀ ਗੁਰਦੁਆਰਾ ਸਾਹਿਬ ਵਿਖੇ। ਇਸ ਮੌਕੇ ਪ੍ਰਸਿੱਧ ਕੀਰਤਨੀਏ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ ਗਾਇਕ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਂ। ਇਸ ਸਮਾਗਮ ਤੇ ਮੁੱਖ ਮਹਿਮਾਨ ਵਜੋਂ ਪਹੁੰਚ ਰਹੇ ਹਨ। ਪਹੁੰਚਣ ਲਈ ਸਥਾਨ ਹੈ ਅਡਾਡੋ ਰਿਵਰ ਫਰੰਟ ਪਾਰਕ, 300 ਨਾਰਥ ਗ੍ਰੈਂਡ ਐਵੀਨਿਊ, ਲੈਂਸਿੰਗ ਮਿਸ਼ੀਗਨ 48933। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਇਹਨਾਂ ਨੰਬਰਾਂ ਤੇ। flymecheap.com। ਹੁਣ ਕਰੋ ਵਰਲਡ ਵਿੱਚ ਕਿਤੇ ਵੀ ਸੈਰ ਡਿਸਕਾਊਂਟਡ 에ਅਰਫੇਅਰ ਪ੍ਰਾਈਸਿਸ ਤੇ। ਸਾਡੇ ਕੋਲ ਮਿਲੇਗੀ ਇਨਫੋਰਮੇਸ਼ਨ ਹਰ ਲੀਡਿੰਗ 에ਅਰਲਾਈਨ ਦੀ ਫਲਾਈਟਸ ਦੀ। 18 ਮਿਲੀਅਨ ਐਕਸਕਲੂਸਿਵ ਫਲਾਈਟ ਡੀਲਸ ਦੁਨੀਆ ਦੇ ਕਿਸੇ ਵੀ ਕੋਨੇ ਲਈ, ਜਿਸ ਵਿੱਚੋਂ ਤੁਸੀਂ ਚੂਜ਼ ਕਰ ਸਕਦੇ ਹੋ ਬੈਸਟ ਫੇਅਰ ਡੀਲ। 24/7 ਕਸਟਮਰ ਸਰਵਿਸ। ਸਾਡੇ ਟੋਲ ਫ੍ਰੀ ਨੰਬਰ ਤੇ 8553594878। ਵਿਜ਼ਿਟ ਕਰੋ ਸਹਾਰਾ ਟੂਰਸ ਐਂਡ ਟਰੈਵਲਸ, 13222 ਰੌਕਵੇ ਬੁਲੇਵਾਰਡ, ਸਾਊਥ ਓਜ਼ਨ ਪਾਰਕ, ਨਿਊਯਾਰਕ 11420। मिराज बैंकेट हॉल एंड रेस्टोरेंट। वेडिंग होवे या बर्थडे पार्टी, मिराज है परफेक्ट हर सेलिब्रेशन में। मिराज इंडियन क्यूजिन विद प्रॉपर सीटिंग फैसिलिटी। विजिटर्स लिए प्राइवेट पार्किंग फैसिलिटी भी अवेलेबल है। पेश है द सबसे बढ़िया रोटी चैलेंज, जिसे जीतने के लिए आपकी रोटी होनी चाहिए स्वादिष्ट और सॉफ्ट। देखते हैं ऋतु जी की रोटी। ठीक है, नेक्स्ट कंटेस्टेंट मीता जी। ये टूटी नहीं रही है, आई एम सॉरी। अब रोमा जी की रोटी। दिखने में अच्छी है, मैदा मिला है क्या? जी नहीं, ये बनी है MP के खास व्हाइट होल व्हीट आटे से बने प्रीमियम शरबती चपाती फ्लावर से। इतनी नरम, स्वादिष्ट है। और अब असली चैलेंज, किसकी रोटी रहे 8 घंटों तक फ्रेश। एकदम पापड़। इतनी नरम और टेस्टी, वो भी 8 घंटों के बाद। क्योंकि ये बनी है लक्ष्मी शरबती चपाती फ्लावर से, जो रखे आपकी रोटी को बिल्कुल सॉफ्ट और फ्रेश 8 घंटों के बाद भी। लक्ष्मी शरबती चपाती फ्लावर, होल व्हीट, नो मैदा, रखे आपकी रोटी को सॉफ्ट और फ्रेश 8 घंटों के बाद भी। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਚੋਣਾਂ ਦਾ ਬਿਗਲ ਵੱਜ ਚੁੱਕਾ ਹੈ। ਚੋਣਾਂ ਦਾ ਤਮਾਸ਼ਾ ਪੂਰੇ ਜ਼ੋਰਾਂ ਤੇ ਹੈ, ਪੂਰੇ ਜੋਬਨ ਤੇ ਹੈ। ਹੁਣ ਮਹੀਨਿਆਂ ਦੀ ਗੱਲ ਨਹੀਂ,
ਕੁਝ ਦਿਨਾਂ ਦੀ ਗੱਲ ਹੈ ਜਦੋਂ ਸਾਡਾ ਭਵਿੱਖ ਤੈਅ ਹੋ ਜਾਏਗਾ। ਮੁੱਖ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਤੇ ਦੂਸਰੇ ਪਾਸੇ ਕਾਂਗਰਸ ਆਪਣੇ ਤਾਲ ਠੋਕ ਕੇ ਜ਼ੋਰ ਅਜ਼ਮਾਈ ਕਰ ਰਹੇ ਹਨ। ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਨਾਲ ਇਸ ਵੇਲੇ ਗੱਲਬਾਤ ਕਰਨ ਲਈ ਤੁਹਾਡੇ ਰੂਬਰੂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪਾਰਟੀ ਦੇ ਬੁਲਾਰੇ ਮੁੱਖ ਬੁਲਾਰੇ ਸਰ ਰਾਮੂ ਵਾਲੀਆ ਜੀ ਸਾਡੇ ਨਾਲ ਜੁੜੇ ਹਨ। ਬਹੁਤ ਬਹੁਤ ਨਿੱਘਾ ਸਵਾਗਤ ਹੈ ਰਾਮੂ ਵਾਲੀਆ ਜੀ ਗੈਟ ਪੰਜਾਬੀ ਰਾਹੀਂ ਅਮਰੀਕਾ ਤੇ ਕੈਨੇਡਾ ਦੇ ਦਰਸ਼ਕਾਂ ਦੇ ਰੂਬਰੂ ਹੋਣ ਲਈ। ਜੀ ਆਇਆਂ ਨੂੰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੱਲੋਂ ਵੀ ਤੁਹਾਡੇ ਦੇਵ ਰੂਪ ਪ੍ਰਬੁੱਧ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਉਂਦਾ ਸਾਂ ਜੀ। ਮੈਂ ਗੱਲ ਸ਼ੁਰੂ ਕਰਾਂ, ਮੈਨੂੰ ਯਾਦ ਹੈ ਮੈਂ ਬਹੁਤ ਛੋਟਾ ਜਿਹਾ ਸੀ ਤੇ ਤੁਹਾਡੇ ਪਿਤਾ ਜੀ ਸਾ ਕਰਨੈਲ ਸਿੰਘ ਪਾਰਸ ਅਕਾਲ ਤਖਤ ਸਾਹਿਬ ਦੇ ਬਾਹਰ ਉਹ ਕਵੀਸ਼ਰੀ ਔਰ ਕਰ ਰਹੇ ਸੀ। ਉਹ ਇੱਕ ਲਫ਼ਜ਼ ਕਹਿ ਰਹੇ ਸੀ ਜਿਹੜੇ ਹਾਲੇ ਤੱਕ ਨਹੀਂ ਭੁੱਲੇ, ਇਹ ਜਗ ਜੰਕਸ਼ਨ ਗੱਡੀਆਂ ਦਾ, ਇੱਥੇ ਕੋਈ ਆਵੇ ਕੋਈ ਜਾਵੇ। ਤੇ ਰਾਮੂ ਵਾਲੀਆ ਜੀ ਉਹ ਤਾਂ ਜਗ ਦੀ ਗੱਲ ਕੀਤੀ, ਪਰ ਹੁਣ ਤਾਂ ਜਾਪਦਾ ਹੈ ਕਿ ਇਹ ਰਾਜਨੀਤਿਕ ਪਾਰਟੀਆਂ ਵੀ ਇੱਕ ਜੰਕਸ਼ਨ ਦੀ ਤਰ੍ਹਾਂ ਨਹੀਂ, ਇਹਦੇ ਵਿੱਚ ਕੋਈ ਆ ਰਿਹਾ ਕੋਈ ਜਾ ਰਿਹਾ ਫਿਰ ਆ ਰਿਹਾ ਫਿਰ ਇਹ ਸ਼ੰਟਿੰਗ ਵਿੱਚ ਪਿਆ। ਇਹਦੇ ਬਾਰੇ ਤੁਸੀਂ ਸ਼ੁਰੂਆਤ ਵਿੱਚ ਇਹਨਾਂ ਚੋਣਾਂ ਦੇ ਹਵਾਲੇ ਨਾਲ ਕਿੱਦਾਂ ਵੇਖੋਗੇ? ਉਹ ਇਸ ਤਰ੍ਹਾਂ ਜੀ ਡਟ ਕੇ ਖੜਨਾ ਮੁਸ਼ਕਲ ਹੋ ਜਾਂਦਾ ਜਦ ਤੁਹਾਡੀ ਮੰਜ਼ਿਲ ਕੁਝ ਹੋਰ ਹੋਵੇ। ਮੈਂ 22 ਸਾਲ ਲੋਕ ਭਲਾਈ ਪਾਰਟੀ ਚਲਾਈ ਹੈ, 22 ਸਾਲ ਜੀ ਜੀ। ਉਹਦੇ ਵਿੱਚ ਮੈਂ 22 ਸਾਲ ਵੱਖ ਰਿਹਾ, ਕੋਈ 18-19 ਸਾਲ ਲੋਕ ਭਲਾਈ ਪਾਰਟੀ ਚਲਾਈ। ਮੇਰੇ ਮੁੱਦੇ ਸੀ ਵੀ ਸਾਰਾ ਜ਼ੋਰ ਲਾ ਕੇ ਜਿੰਨੀ ਮੇਰੀ ਸ਼ਕਤੀ ਹੈ ਦੁਖੀ ਧੀਆਂ ਬਚਾਈਏ, ਵਿਦੇਸ਼ਾਂ ਦੀਆਂ ਜੇਲ੍ਹਾਂ ਚ ਮੁੰਡੇ ਕੱਢ ਕੇ ਲਿਆਈਏ, ਟਰੈਵਲ ਏਜੰਟਾਂ ਦੇ ਲੁੱਟੇ ਪੁੱਟੇ ਠੱਗੇ ਉਜਾੜੇ ਤਬਾਹ ਕੀਤੇ ਧੀਆਂ ਪੁੱਤ ਉਹਨਾਂ ਦੇ ਪੈਸੇ ਮੜਾਈਏ, ਬਸ ਟਰੱਕਾਂ ਵਾਲਿਆਂ ਨੂੰ ਫਿਰ ਹਵਾਈ ਅੱਡਿਆਂ ਤੇ ਸਿੱਖਾਂ ਦੀ ਤੇ ਪੰਜਾਬੀਆਂ ਦੀ ਜਿਹੜੀ ਬੇਇੱਜ਼ਤੀ ਹੁੰਦੀ ਸੀ 82 83 84 85 ਜੀ, ਉਸ ਤੋਂ ਬਾਅਦ 90 91 ਉਹ ਕੰਮ ਕੇ ਮੈਂ 22 ਸਾਲ ਬਾਅਦ ਉਮਰ ਵੱਡੀ ਹੋ ਗਈ। ਫਿਰ ਮੈਨੂੰ ਪਤਾ ਲੱਗ ਗਿਆ ਵੀ ਹੁਣ ਮੈਂ 22 ਸਾਲ ਤੋਂ ਬਾਅਦ ਕੀ ਕਰੂੰਗਾ, ਪਰ ਮੈਂ ਇਹਨਾਂ ਸਾਲਾਂ ਚ ਕਾਂਗਰਸ ਚ ਨਹੀਂ ਗਿਆ। ਜੀ 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 ਜੀ। ਮੈਂ ਆਪਦੀ ਅੱਡ ਜਿਵੇਂ ਚਾਹੇ ਝੋਟਿਆਂ ਦੀ ਹਵਾ ਹੀ ਕਰ ਲਈ, ਕੱਟਿਆ ਬੱਚਿਆਂ ਨਾਲ ਆਪਦੀ ਅੱਡ ਪਾਰਟੀ ਰੱਖੀ। ਜਦੋਂ ਫਿਰ ਨਹੀਂ ਹੋਇਆ ਤਾਂ ਫਿਰ ਅਕਾਲੀ ਦਲ ਤੋਂ ਪੱਖ ਹੋਏ ਸੀ, ਅਕਾਲੀ ਦਲ ਚਲੇ ਗਏ। ਜੀ ਜੀ ਜੀ। ਮੈਂ ਹੁਣੇ ਪੜ੍ਹਦਾ ਤੇ ਲਿਬੜਾ ਵੀ ਛੱਡ ਗਿਆ। ਹਾਂਜੀ, ਸੁਖਦੇਵ ਲਿਬੜਾ। ਹਾਂਜੀ ਜੀ ਹਾਂ ਜੀ। ਹੋਰ ਵੀ ਵੀਰ ਦਵਿੰਦਰ ਨੇ ਕੱਲ ਛੱਡੀ ਪਾਰਟੀ। ਉਹ ਕਹਿੰਦਾ ਮੇਰੀ ਨੂੰਹ ਅਲਮਾਰੀ ਫੋੜ ਲਈ ਸੀ ਉੱਥੋਂ ਆਮ ਆਦਮੀ ਪਾਰਟੀ ਦੇ, ਕਾਂਗਰਸ ਦੇ, ਅਕਾਲੀਆਂ ਦੇ ਤੇ ਕਿੰਨੇ ਹੀ ਜਿੱਦਾਂ ਨਿਕਲੇ ਅਖੀਰ ਮੇਰੀ ਨੂੰਹ ਕਹਿੰਦੀ, ਉਹ ਕਹਿੰਦੇ ਵੀ ਤੂੰ ਇਹਦੇ ਚ ਰਲ ਜਾ ਕਾਂਗਰਸ ਚ। ਜੀ ਜੀ ਜੀ। ਉਹ ਗੱਲ ਇਹ ਵੀ ਦੇਸ਼ ਵਿੱਚ ਸਾਰੇ ਚੀਜ਼ ਆਉਣ ਜਾਣ ਜਿਹੜਾ ਨਾ ਉਹ ਠੀਕ ਹੀ ਬਾਪੂ ਜੀ ਕਰਨੈਲ ਸਿੰਘ ਰਾਮੂ ਵਾਲੀਆ ਪਾਰਸ ਨੇ ਲਿਖਿਆ ਸੀ। ਜੀ ਜੀ ਜੀ। ਇੱਕ ਆਵੇ ਇੱਕ ਜਾਵੇ, ਉਹ ਠੀਕ ਹੈ ਤੁਹਾਡੀ ਗੱਲ। ਮੈਂ ਉਹ ਤੇ ਗੱਲ ਸੂਰਜ ਉਹਦੇ ਦੇਖਣ ਜਿਵੇਂ ਬੀਜ ਲਾਂਗੇ ਸੱਚ ਹੈ, ਠੀਕ ਹੈ। ਜੀ ਜੀ। ਰਾਮੂ ਵਾਲੀਆ ਸਾਹਿਬ ਚਲੋ ਅਸੀਂ ਥੋੜਾ ਜਿਹਾ ਗੰਭੀਰਤਾ ਵੱਲ ਆਈਏ ਕਿਉਂਕਿ ਚੋਣਾਂ ਨੂੰ ਬਿਲਕੁਲ ਹੀ ਇਸ ਪੱਧਰ ਦੇ ਉੱਤੇ ਲੈ ਆਂਦਾ ਗਿਆ। ਸਵਾਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਬੜਾ ਲੰਬਾ ਇਤਿਹਾਸ ਸੀ, ਬੜੇ ਮੋਰਚੇ ਵੀ ਲਾਏ, ਬੜਾ ਕੁਝ ਕੀਤਾ, ਉਹਦੇ ਲਈ ਆਨੰਦਪੁਰ ਸਾਹਿਬ ਦਾ ਮਤਾ ਵੀ ਬਣਾਇਆ, ਬਹੁਤ ਕੁਝ ਕੀਤਾ, ਬੜਾ ਕੁਝ ਕੌਮ ਨੇ ਦਿੱਤਾ, ਜਦੋਂ ਵੀ ਲੋੜ ਪਈ ਸਭ ਕੁਝ ਦੇ ਦਿੱਤਾ ਆਪਣਾ। ਪਰ ਉਹ ਜਿੰਨੇ ਕੁ ਮੁੱਦੇ ਸੀ ਉਹਨਾਂ ਦੇ ਵਿੱਚੋਂ ਇਹਨਾਂ ਚੋਣਾਂ ਦੇ ਵਿੱਚ ਅਕਾਲੀ ਦਲ ਵੱਲੋਂ, ਖੈਰ ਭਾਰਤੀ ਜਨਤਾ ਪਾਰਟੀ ਨੇ ਤਾਂ ਉਹਦੀ ਗੱਲ ਕਰਨੀ ਨਹੀਂ ਸੀ, ਪਰ ਅਕਾਲੀ ਦਲ ਵੱਲੋਂ ਵੀ ਕਿਸੇ ਇੱਕ ਮੁੱਦੇ ਨੂੰ ਛੇੜਿਆ ਤੱਕ ਵੀ ਨਹੀਂ ਗਿਆ, ਛੋਇਆ ਨਹੀਂ ਗਿਆ। ਕੀ ਉਹ ਮੁੱਦੇ ਅਹਿਮ ਨਹੀਂ ਹੈਗੇ ਜਾਂ ਉਹਨਾਂ ਨੂੰ ਬਿਲਕੁਲ ਹੀ ਤਿਆਗ ਦਿੱਤਾ ਗਿਆ? ਇਸ ਤਰ੍ਹਾਂ ਹੁਣ ਤੋਂ ਕੋਈ ਮੇਰੇ ਕੋਲ 5-10 ਦਿਨ ਤੱਕ 10 ਦਿਨ ਤੱਕ 5 ਦਿਨ ਤੇ ਮੇਰਾ ਖਿਆਲ ਹੈ ਜੀ ਮੈਨੀਫੈਸਟੋ, ਮੈਂ ਉਹਦਾ ਮੈਂਬਰ ਹਾਂ ਕਮੇਟੀ ਦਾ ਜੀ, ਇੱਕ ਮੈਨੀਫੈਸਟੋ ਜਾਰੀ ਹੋ ਰਿਹਾ ਹੈ। ਹਾਂਜੀ, ਉਹ ਤੁਸੀਂ ਮੇਰੇ ਖਿਆਲ ਥੋੜਾ ਜਿਹਾ ਸਮੇਂ ਤੋਂ ਪਹਿਲਾਂ ਗੱਲ ਕਹਿਤੀ ਜੀ। ਉਹਦੇ ਵਿੱਚ ਸਾਰੇ ਮੈਂ ਕਹਿ ਤਾਂ ਸਕਦਾ ਨਹੀਂ ਕੋਡ ਲੱਗਿਆ ਜੀ ਤੇ ਇਲੈਕਸ਼ਨ ਕੋਡ ਆ, ਪਰ ਉਹ ਸਾਰੇ ਮੁੱਦੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਜੀ, ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ 'ਚ ਪੰਜਾਬੀ ਲਾਗੂ ਕਰਾਉਣੀ ਜੀ, ਇੱਕ ਚੰਡੀਗੜ੍ਹ 'ਚ ਇੱਕ ਨਵਾਂ ਇਸ਼ੂ ਹੈ ਕਿ
ਉੱਥੇ 60-40 ਦੀ ਰੇਸ਼ੋ ਨਾਲ ਨੌਕਰੀਆਂ ਪੰਜਾਬ ਨੂੰ 60 ਤੇ 40 ਉਹਨਾਂ ਨੂੰ ਮਿਲਣ ਦੀ ਗੱਲ ਸੀ ਜੀ। ਹਰਿਆਣੇ ਨੂੰ ਉੱਥੇ 2% ਪੰਜਾਬ ਨੂੰ ਦਿੰਦੇ, 98 ਹਰਿਆਣੇ ਨੂੰ ਜੀ ਦਿੰਦੇ। ਜੀ ਜੀ ਸੋ ਇਹਨਾਂ ਗੱਲਾਂ ਕਰਕੇ ਇਹ ਸਾਰੇ ਮੁੱਦੇ ਪਾਏ ਆ। ਔਰ ਸੂਬੇ ਨੂੰ ਕੈਨੇਡਾ ਵਾਂਗ ਫੈਡਰਲ ਸਿਸਟਮ, ਕੈਨੇਡਾ ਵਾਂਗ ਜੀ ਜਿਵੇਂ ਉੱਥੇ ਕਿਊਬੈਕ ਸੂਬੇ ਦਾ ਆਪਣਾ ਇੱਕ ਤਰੀਕਾ ਹੈ, ਜੀ ਮੈਨੀਟੋਬਾ ਦਾ ਆਪਣਾ, ਸਸਕੈਚੁਅਨ ਦਾ, ਉਹ ਇਸ ਤਰ੍ਹਾਂ ਕਰਕੇ ਉਹ ਜਿਹੜੀ ਸਾਰਾ ਉਹ ਪਾਏ ਗਏ ਆ ਸਾਰੇ, ਅੱਖੇ ਕੋਈ ਛੱਡਿਆ ਨਹੀਂ ਕੋਈ ਜੀ। ਪਰ ਰਾਮੂਵਾਲੀਆ ਜੀ, ਤੁਹਾਨੂੰ ਲੱਗਦਾ ਨਹੀਂ ਕਿ ਹੁਣ ਤਾਂ ਚੋਣਾਂ ਦੇ ਕੁਝ ਦਿਨ ਰਹਿ ਗਏ ਤੇ ਤੁਹਾਡੇ ਕੈਂਡੀਡੇਟ ਵੀ ਆ ਗਏ, ਨਾਂ ਵੀ ਦਾਖਲ ਹੋ ਗਏ, ਸਭ ਕੁਝ ਹੋ ਰਿਹਾ ਹੈ, ਔਰ ਇੰਨੀ ਲੇਟ ਤੁਸੀਂ ਆਪਣਾ ਮੈਨੀਫੈਸਟੋ ਜਾਰੀ ਕਰੋਗੇ? ਕੀ ਇਹ ਲੱਗਦਾ ਨਹੀਂ ਕਿ ਬਹੁਤ ਲੇਟ ਹੈਗਾ? ਸਾਰੇ ਕਾਂਗਰਸ ਨੇ ਵੀ ਕੱਲ ਹੀ ਕੀਤਾ। ਨਹੀਂ, ਮੈਂ ਤੇ ਕਹਿ, ਪਰ ਕਾਂਗਰਸ ਦਾ ਤਾਂ ਖੈਰ ਕਾਫੀ ਦਿਨ ਪਹਿਲੇ ਆ ਚੁੱਕਾ ਸੀ ਪਾਰਟੀ ਹੈ ਜੀ। ਕਾਂਗਰਸ ਦਾ ਕਾਫੀ ਦਿਨ ਪਹਿਲੇ ਆ ਗਿਆ ਸੀ ਰਾਮੂਵਾਲੀਆ ਜੀ, ਕਾਫੀ ਦਿਨ ਪਹਿਲੇ। ਨਹੀਂ, ਮੈਂ ਖੁਦ ਦੇਖਿਆ ਜੀ, ਮੈਨੂੰ ਘੱਟੋ ਘੱਟ ਹਫਤਾ ਪਹਿਲੇ ਤੇ ਮੈਂ ਦੇਖਿਆ ਸੀ ਜੀ, ਮੈਂ ਦੇਖਿਆ ਜੀ ਉਹਨਾਂ ਦੀ ਵੈਬਸਾਈਟ। ਉਹ ਤਾਂ ਹੈ ਨਾ ਵੀ ਜਿਵੇਂ ਹਰਿਆਣੇ ਚ 10 ਚੋਣ ਹੈ, ਹਾਂਜੀ, ਉਹ 20 ਦਿਨ ਪਹਿਲਾਂ 22 ਦਿਨ ਪਹਿਲਾਂ ਬੀਜੇਪੀ ਨੇ ਅੱਜ ਕਰਨਾ ਹੈ ਜਾਂ ਕਿ ਉਹ ਸਾਰੇ ਉਹਨੇ ਦਿਨ ਪਹਿਲਾਂ ਹੀ ਕਰਦੇ ਆ, 20-22 ਦਿਨ ਜੀ। ਮੈਨੀਫੈਸਟੋ ਤਿਆਰ ਪਿਆ ਜੀ। ਉਹ ਅੱਛਾ, ਕਿਸੇ ਦਿਨ ਵੀ ਚਲੋ 2-4 ਦਿਨ 5 ਦਿਨ ਚ ਹੋ ਜਾਏਗਾ। ਚਲੋ, ਉਹਨਾਂ ਦੇ ਵਿੱਚ ਜਿਹੜੇ ਤੁਹਾਡੇ ਮੁੱਖ ਮੁੱਦੇ ਸੀ, ਜਿਵੇਂ ਕਿਉਂਕਿ ਐਤਕੀ 30 ਸਾਲਾ ਹੈਗਾ ਦਰਬਾਰ ਸਾਹਿਬ ਦੇ ਉੱਤੇ ਹਮਲੇ ਦਾ ਤੇ ਦਿੱਲੀ ਕਤਲੇਆਮ ਦਾ, ਇਹ ਕੀ ਦੋਨੋਂ ਇਸ਼ੂਜ਼ ਨੂੰ ਐਡਰੈਸ ਕਰੋਗੇ ਤੁਸੀਂ? ਜੀ ਪੂਰੇ ਤੌਰ ਤੇ ਇਹਨਾਂ ਇਸ਼ੂਜ਼ ਨੂੰ ਛੱਡਿਆ ਹੀ ਨਹੀਂ ਗਿਆ। ਹਾਂਜੀ, ਜਿਹੜੇ ਉਹ ਵੀ ਨਾਲ ਰੱਖੇ ਗਏ ਆ, ਬਾਕਾਇਦਾ ਤੌਰ ਤੇ ਇਹਨਾਂ ਉੱਤੇ ਜ਼ੋਰ ਦਿੱਤਾ ਜਾਊਗਾ ਜੀ। ਫਿਰ ਉਹ ਜਿਹੜੀ ਇਸ ਮਸਲੇ ਪਹਿਲਾਂ ਦੱਸਿਆ, ਵੱਧ ਸੂਬਿਆਂ ਨੂੰ ਵੱਧ ਅਧਿਕਾਰ, ਹਾਂਜੀ, ਉਹਦੇ ਉੱਤੇ ਇੱਕ ਸੈਂਟਰ ਦੀ ਜਿਹੜੀ ਕੇਂਦਰ ਦਾ ਕੇਂਦਰੀਕਰਨ ਸ਼ਕਤੀ ਉੱਤੇ ਉਹਨੂੰ ਵਿਕੇਂਦਰੀਕਰਨ ਕਰਨ ਦਾ, ਜੀ, ਇਹ ਸਾਰੇ ਮੁੱਦੇ ਪਾਏ ਗਏ ਆ। ਜੀ 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 ਜੀ। ਬਹੁਤ ਇੱਕ ਮਿੰਟ ਜੀ। ਮੈਂ ਦਿੱਲੀ ਦਾ ਇੰਚਾਰਜ ਸੀ, ਅਸੀਂ ਉਦੋਂ ਵੀ ਬੀਜੇਪੀ ਦੇ ਜਿਹੜੇ ਦਿੱਲੀ ਚੋਣਾਂ ਵਿੱਚ ਵੀ, ਜਿਹੜੇ ਦਿੱਲੀ ਚੋਣਾਂ ਹੋਈਆਂ ਨਾ ਜੀ, ਅਸੈਂਬਲੀ ਦੀਆਂ, ਉਹਨਾਂ ਵਿੱਚ ਵੀ ਆਪ ਜਾ ਕੇ ਹਰਸ਼ਵਰਧਨ ਤੋਂ ਉਹ ਪਵਾ ਕੇ ਆਏ ਆ ਦੋਨੋਂ ਮੁੱਦੇ। ਹਾਂਜੀ, ਨੰਬਰ 1 84 ਦੇ ਦੰਗਿਆਂ ਦੀ ਸਜ਼ਾ ਦਿੱਤੀ ਜਾਊਗੀ ਜੀ। ਨੰਬਰ 2 ਪੰਜਾਬੀ ਬੋਲੀ ਜਿਹੜੀ ਦਿੱਲੀ ਚ ਉਹ ਪੂਰੀ ਤਰ੍ਹਾਂ ਸੈਕੰਡ ਲੈਂਗੁਏਜ ਉਰਦੂ ਦੇ ਬਰਾਬਰ ਜੀ। ਉਹਨੂੰ ਦਰਜਾ ਮਿਲੂਗਾ। ਤੁਸੀਂ ਰਾਮੂਵਾਲੀਆ ਜੀ ਦਿੱਲੀ ਦਾ ਜ਼ਿਕਰ ਕੀਤਾ ਹੈ ਕਿ ਦਿੱਲੀ ਵਿੱਚ ਸਿੱਖਾਂ ਦੀ ਆਬਾਦੀ ਕਿੰਨੀ ਹੈਗੀ ਹੈ, ਕਿੰਨੇ % ਹੈ? ਉਹ ਘਟਦੀ ਜਾਂਦੀ ਹੈ। ਅੱਛਾ, ਨਹੀਂ ਪਰ ਕਿੰਨੀ ਹੈਗੀ ਹੈ? ਮੇਰੇ ਨਹੀਂ ਖਿਆਲ ਵੀ 6 ਲੱਖ ਤੋਂ ਵੱਧ, 6.5 ਲੱਖ। ਅੱਛਾ, ਪਰ ਇੱਕ ਗੱਲ ਦੱਸੋ ਕਿ ਜਿਹੜੀ ਤੁਹਾਡੀ ਭਾਈਵਾਲ ਪਾਰਟੀ ਹੈਗੀ ਹੈ, ਕੀ ਦਿੱਲੀ ਵਿੱਚ ਜਾਂ ਪੰਜਾਬ ਵਿੱਚ ਜਾਂ ਪੂਰੇ ਹਿੰਦੁਸਤਾਨ 'ਚ ਉਹਨਾਂ ਨੇ ਸਿੱਖਾਂ ਨੂੰ ਕੋਈ ਕੈਂਡੀਡੇਟ ਆਪਣਾ ਖੜਾ ਕੀਤਾ? ਮੇਰੇ ਖਿਆਲ 'ਚ ਜਿਵੇਂ ਇੱਕ ਤਾਂ ਮੱਧ ਪ੍ਰਦੇਸ਼ 'ਚ ਹੈ ਸਰਤਾਜ ਸਿੰਘ ਜੀ, ਦਿੱਲੀ 'ਚ ਕਿਉਂ ਨਹੀਂ ਕੀਤਾ? ਇੱਕ ਮਿੰਟ ਦੱਸ ਦੇਣਾ, ਇੱਕ ਆਲੂਵਾਲੀਆ ਸਾਹਿਬ ਕੀਤੇ ਆ ਬੰਗਾਲ 'ਚ ਜੀ ਜੀ, ਮੇਰੇ ਦਿਮਾਗ ਆਉਂਦਾ ਹੈ, ਤੇ ਇਹ ਕੀਤੇ ਆ ਦਿੱਲੀ 'ਚ ਨਹੀਂ ਕੋਈ ਕੀਤਾ। ਦਿੱਲੀ 'ਚ ਨਹੀਂ, ਪੰਜਾਬ ਵਿੱਚ ਵੀ ਕੋਈ ਨਹੀਂ ਕੀਤਾ? ਪੰਜਾਬ 'ਚ ਹਾਂ ਸਿੱਧੂ ਸਾਹਿਬ ਸੀਗੇ, ਨਹੀਂ ਪੰਜਾਬ 'ਚ ਵੀ ਨਹੀਂ ਕੀਤਾ। ਪੰਜਾਬ 'ਚ ਹੀ, ਯਾਨੀ ਜਿਹੜੀਆਂ ਮੁੱਖ ਹੈਗੇ ਹੈ, ਸੋ ਇਹ ਥੋੜਾ ਜਿਹਾ ਅਜੀਬ ਜਿਹਾ ਨਹੀਂ ਲੱਗਦਾ ਕਿ ਤੁਹਾਨੂੰ? ਉਹ ਮੈਂ ਸਮਝਦਾ ਵੀ ਕਈ ਵਾਰੀ ਬਹੁਤ ਢੁਕਵੇਂ ਉਮੀਦਵਾਰ ਨਹੀਂ ਵੀ ਮਿਲਦੇ, ਜਿਹੜੇ ਹੁੰਦੇ ਆ ਜਿਨ੍ਹਾਂ ਨੂੰ ਸਮਝਣ ਵੀ ਇਹਦੀ ਆਪਣੀ ਪਕੜ ਬਹੁਤ ਹੈ, ਤੇ ਜਾਂ ਕਈ ਵਾਰੀ ਪਾਰਟੀ ਇੱਕ ਚ ਨਾ ਦੇਣ, ਫਿਰ ਉਹਨੂੰ MLA ਜਾਂ ਕਿਸੇ ਹੋਰ ਥਾਂ ਉਹਦਾ ਪੂਰਾ, ਜਿਵੇਂ ਸਾਨੂੰ। ਪਰ ਤੁਹਾਨੂੰ ਇਹ ਲੱਗਦਾ ਨਹੀਂ ਕਿ ਭਾਰਤੀ ਜਨਤਾ ਪਾਰਟੀ ਦੀ ਕੁਝ ਸੋਚ ਇਦਾਂ ਦੀ ਹੈ, ਕਿਉਂਕਿ ਉੱਤਰ ਪ੍ਰਦੇਸ਼ ਐਡਾ ਵੱਡਾ ਸੂਬਾ ਹੈ? ਨਹੀਂ, ਮਤਲਬ ਉੱਥੇ ਮੁਸਲਮਾਨਾਂ ਦੀ 17% ਦੀ ਆਬਾਦੀ ਹੈ, ਕਿਸੇ ਵੀ ਮੁਸਲਮਾਨ ਨੂੰ ਵੀ ਉਹਨਾਂ ਨੇ ਕੈਂਡੀਡੇਟ ਨਹੀਂ ਬਣਾਇਆ। ਬਹੁਤ ਬਣਾਏ ਹੈ ਯੂਪੀ ਵਿੱਚ ਕੋਈ ਨਹੀਂ ਹੈ? ਮੈਂ ਤਾਂ ਉਮੀਦਵਾਰ ਤਾਂ ਉਹਨਾਂ ਨੇ ਖੜੇ ਕੀਤੇ ਨਹੀਂ, ਯੂਪੀ ਐਡਾ ਵੱਡਾ ਸੂਬਾ ਹੈ। ਕੁਦਰਤੀ ਜਿਹੜਾ ਮੁਸਲਮਾਨਾਂ ਦਾ ਝੁਕਾਅ ਹੈ, ਕੋਈ ਪ੍ਰਭਾਵਸ਼ਾਲੀ ਮੁਸਲਮਾਨ ਬੀਜੇਪੀ ਤੋਂ ਟਿਕਟ ਮੰਗਦੇ ਵੀ ਨਹੀਂ। ਜੀ 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 ਜੀ, ਇਹ ਰੁਝਾਨ ਦੀ ਗੱਲ ਹੈ। ਠੀਕ ਹੈ,
ਤੇ ਅੱਛਾ, ਇੱਕ ਰਾਮੂਵਾਲੇ ਜੀ, ਕਿਉਂਕਿ ਤੁਸੀਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਹੋ, ਮੇਰਾ ਖਿਆਲ ਹੈ ਜਿਹੜਾ ਸਭ ਤੋਂ ਉੱਚਾ ਅਹੁਦਾ ਹੈਗਾ ਉਹ ਤੁਹਾਨੂੰ ਮਿਲ ਗਿਆ। ਇਸ ਤੋਂ ਉੱਤੇ ਤੇ ਪ੍ਰਮੋਸ਼ਨ ਦਾ ਕੋਈ ਚਾਂਸ ਨਹੀਂ ਹੁੰਦਾ, ਕਿਉਂਕਿ ਉਹਦੇ ਬਾਅਦ ਤੇ ਪ੍ਰਧਾਨ ਦਾ ਹੀ ਅਹੁਦਾ ਹੈਗਾ, ਤੇ ਉਹ ਜਿਹੜਾ ਰਿਜ਼ਰਵ ਸੀਟ ਹੈਗੀ ਹੈ। ਤੇ ਪਰ ਇਹ ਤੁਸੀਂ ਦੱਸੋ ਕਿ ਜਿਹੜਾ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵੇਲੇ ਸਸਪੈਂਸ਼ਨ ਦੀ ਹਾਲਤ ਵਿੱਚ ਹੈ, ਐਡੀ ਵੱਡੀ ਇੱਕ ਡੈਮੋਕ੍ਰੈਟਿਕ ਸੰਸਥਾ, ਉਹ ਬਿਲਕੁਲ ਬੰਦ ਪਈ ਹੈ, ਉਹਦਾ ਜਨਰਲ ਹਾਊਸ ਸਮਾਪਤ ਹੋ ਚੁੱਕਾ ਹੈ, ਉਹਦਾ ਅਧਿਕਾਰ ਹੋ ਗਿਆ, ਔਰ ਕਿਸ ਇਸ਼ੂ ਦੇ ਉੱਤੇ ਹੋਇਆ? ਉਹ ਇਸ਼ੂ ਸੀਗਾ ਕਿ ਜੀ ਅਸਲ ਵਿੱਚ ਕੀ ਸਹਿਜਧਾਰੀ ਸਿੱਖਾਂ ਨੂੰ ਵੋਟ ਦਾ ਹੱਕ ਹੈ ਕਿ ਨਹੀਂ, ਤੇ ਕੀ ਉਹ ਠੀਕ ਟਾਈਮ ਤੇ ਜਾਂ ਠੀਕ ਢੰਗ ਨਾਲ ਉਹ ਤਬਦੀਲੀ ਕੀਤੀ ਗਈ ਵੀ ਸਹਿਜਧਾਰੀ ਸਿੱਖ ਵੋਟਰ ਹੋਣਗੇ ਜੀ। ਸੈਂਟਰ ਗਵਰਨਮੈਂਟ ਇੱਕ ਨੋਟੀਫਿਕੇਸ਼ਨ ਜਾਰੀ ਕਰਨਾ ਹੁੰਦਾ ਜੀ, ਉਹਦੇ ਵਿੱਚ ਜਿਹੜੇ ਸਹਿਜਧਾਰੀ ਸਿੱਖ ਰਾਣੂ ਹੋ ਰਹੀ ਹੈ, ਪਰਮਜੀਤ ਸਿੰਘ ਰਾਣੂ ਜੀ, ਉਹ ਸੁਪਰੀਮ ਕੋਰਟ ਚਲੇ ਗਏ। ਸੁਪਰੀਮ ਕੋਰਟ ਚੋਂ ਕੇਸ ਫਸ ਗਿਆ। ਮੈਂ ਰਾਮੂਵਾਲੀਆ ਜੀ ਜ਼ਰੂਰ ਇਹਦੇ ਵਿੱਚ ਤੁਹਾਡੇ ਨਾਲ ਗੱਲ ਕਰਨੀ ਚਾਹਾਂਗਾ। ਰਾਣੂ ਵੀ ਸਹਿਜਧਾਰੀ ਨਹੀਂ ਹੈ, ਤੇ ਸੁਪਰੀਮ ਕੋਰਟ ਵਿੱਚ ਵੀ ਕੇਸ ਇਹ ਨਹੀਂ ਹੈ ਕਿ ਸਹਿਜਧਾਰੀ ਹੈ ਕਿ ਵੋਟ ਦੇ ਸਕਦਾ ਹੈ ਕਿ ਨਹੀਂ। ਉਹਦੇ ਵਿੱਚ ਇਹ ਸੀ, ਜਿਹੜਾ ਅਡਵਾਨੀ ਜੀ ਨੇ ਇੱਕ ਬੜੀ ਵੱਡੀ ਫੇਵਰ ਕੀਤੀ ਸੀ ਸਿੱਖਾਂ ਦੀ, ਜਦੋਂ ਅਡਵਾਨੀ ਹੋਮ ਮਿਨਿਸਟਰ ਸਨ, ਉਹਨਾਂ ਨੇ ਉਹ ਸੋ ਕਾਲਡ ਸਹਿਜਧਾਰੀਆਂ ਦੀ ਵੋਟ ਕੱਟ ਦਿੱਤੀ ਸੀ, ਕਿਉਂਕਿ ਅਕਾਲੀ ਦਲ ਦਾ ਕਹਿਣਾ ਸੀ ਕਿ ਨਾਨ ਸਿੱਖ ਇਹਦੇ ਤੇ ਵੋਟਰ ਬਣਦੇ ਸੀ। ਪਰ ਸਰਕਾਰ ਨੇ ਨੋਟੀਫਿਕੇਸ਼ਨ ਦਿੱਤਾ, ਸੁਪਰੀਮ ਹਾਈ ਕੋਰਟ ਦਾ ਕਹਿਣਾ ਹੈ ਕਿ ਇਹ ਬਾਈ ਐਕਟ ਹੋਣਾ ਚਾਹੀਦਾ ਸੀ। ਜੇ ਅਗਰ ਤੁਹਾਡੀ ਐਕਟ ਦੇ ਨਾਲ ਇਹ ਮਸਲਾ ਹੱਲ ਹੋ ਸਕਦਾ ਹੈ, ਜੇਤਲੀ ਜੀ 14 ਸਾਲ ਤੋਂ ਰਾਜ ਸਭਾ ਦੇ ਮੈਂਬਰ ਹੈ, ਜਾਂ ਤੁਹਾਡੇ ਹੋਰ ਵੀ ਹੈ, ਇਹਨੂੰ ਕਿਉਂ ਨਹੀਂ ਐਕਟ ਦੇ ਵਿੱਚ ਤਰਮੀਮ ਕਰਵਾਈ ਗਈ, ਜਾਂ ਕਿਉਂ ਨਹੀਂ ਇਸ ਨੂੰ ਆਰਡੀਨੈਂਸ ਨਾਲ ਠੀਕ ਕਰਾਇਆ ਗਿਆ, ਜਿਸ ਨੂੰ ਤੁਸੀਂ ਐਡਾ ਲੰਬਾ, ਕੱਲ ਨੂੰ SGPC ਦੀ ਹੋਂਦ ਵੀ ਹੁਣ ਖਤਰੇ ਵਿੱਚ ਆ ਗਈ ਹੈ? ਨਹੀਂ, ਕੋਈ ਹੋਂਦ ਖਤਰੇ 'ਚ ਨਹੀਂ। ਇਹ ਵੀ ਜਾਣ ਬੁੱਝ ਕੇ ਸੁਪਰੀਮ ਕੋਰਟ ਵਿੱਚ ਜਿਹੜੀ ਟੈਕਨੀਕੈਲਿਟੀਜ਼ ਆ ਉਹਦਾ ਲਾਭ ਲਿਆ ਜਾ ਰਿਹਾ। ਜਦੋਂ ਮੈਂ ਮਿਨਿਸਟਰ ਸੀ ਜੀ, ਮੈਂ 30 ਬੀਬੀਆਂ ਨੂੰ ਐਡ ਕੀਤਾ ਜੀ। ਸ਼੍ਰੋਮਣੀ ਕਮੇਟੀ ਦੇ 155 ਮੈਂਬਰ ਸੀ, ਜਦੋਂ ਮੈਂ ਮਿਨਿਸਟਰ ਸੀ ਮੈਂ 185 ਕਰਤੇ ਜੀ। ਉਹਦੇ 30 ਬੀਬੀਆਂ ਕਰਤੀਆਂ, ਕਿਉਂਕਿ ਮੇਰੇ ਦਿਮਾਗ ਸੀ ਵੀ ਜੇ ਬੀਬੀਆਂ ਪਰ ਬਣ ਗਈਆਂ ਉਹ ਹਾਊਸ 'ਚ ਬੈਠ ਕੇ ਧਰਮ ਦੀ, ਸਿੱਖੀ ਦੀ ਉਹ ਵੱਧ ਕਰਨਗੀਆਂ ਜੀ ਜੀ। ਉਦੋਂ ਕੋਈ ਗਿਆ ਹੀ ਨਹੀਂ ਹਾਈ ਕੋਰਟ, ਸੁਪਰੀਮ ਕੋਰਟ, ਉਹ ਵੀ ਜੀਓ ਹੀ ਹੈ, ਉਹਨੂੰ ਜੀਓ ਕਹਿੰਦੇ, ਗਵਰਨਮੈਂਟ ਆਰਡਰ ਹੈ ਹਾਂਜੀ। ਜਿਹੜਾ ਮੈਂ ਕਰਾਇਆ ਸੀ ਉਹ ਵੀ ਗਵਰਨਮੈਂਟ ਆਰਡਰ ਹੀ ਹੈ ਹਾਂਜੀ, ਉਹ ਉਵੇਂ ਲਾਗੂ ਹੈ। ਇਹਦੇ ਵਿੱਚ ਇਹਨਾਂ ਨੇ ਸਹਿਜਧਾਰੀ ਸਿੱਖਾਂ ਵਾਲੀ ਗੱਲ ਇੰਨੀ ਵਧਾ ਲਈ। ਗੱਲ ਤੁਸੀਂ ਵੀ ਉਹੀ ਕਹਿ ਰਹੇ, ਮੈਂ ਵੀ ਉਹੀ ਕਹਿ ਰਿਹਾ ਕਿ ਸਹਿਜਧਾਰੀ ਸਿੱਖਾਂ ਨੂੰ ਕੀ ਜਿਹੜਾ ਦਿੱਤਾ ਗਵਰਨਮੈਂਟ ਨੇ ਡਿਸੀਜਨ ਕੀਤਾ, ਉਹ ਐਕਟ ਰਾਹੀਂ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ। ਉਹ 10 ਸਾਲ ਹੋ ਗਏ, ਕਾਂਗਰਸ ਨੇ ਵੀ ਨਹੀਂ ਕੀਤਾ ਜੀ ਜੀ, ਉਹਨਾਂ ਨੇ ਤਾਂ ਕਰਨਾ ਨਹੀਂ ਸੀ ਨਾ ਜੀ। ਜੇ ਉਹਨੂੰ ਚੈਲੰਜ ਨਾ ਕਰਦੇ ਜੀ ਰਾਣੂ ਹੋਰੀ, ਤਾਂ ਉਹ ਚੱਲ ਜਾਣਾ ਸੀਗਾ, ਉਹ ਠੀਕ ਚੱਲਦਾ, ਉਹ 'ਚ ਕੋਈ ਫਰਕ ਨਹੀਂ ਜੀ। ਅੱਛਾ, ਤੇ ਚਲੋ ਇਹ ਇੱਕ ਬੜਾ ਵੱਡਾ ਇਸ਼ੂ ਹੈ, ਪਰ ਇਸ ਨੂੰ ਤੁਹਾਨੂੰ ਜ਼ਿਆਦਾ ਧਿਆਨ ਦੇ ਕੇ ਸਰਕਾਰ ਵੱਲੋਂ, ਨਵੀਂ ਸਰਕਾਰ ਬਣਦੀ ਹੈ, ਬਾਈ ਆਰਡੀਨੈਂਸ ਜਾਂ ਬਿੱਲ ਪੇਸ਼ ਕਰਕੇ ਇਹਨੂੰ ਠੀਕ ਕਰਾਉਣ ਦੀ ਲੋੜ ਹੈ। ਨਹੀਂ ਤਾਂ ਇਹ SGPC ਦੀ ਹੋਂਦ ਦੇ ਉੱਤੇ ਖਤਰਾ ਹੈ ਜੀ। ਜੇ ਗਵਰਨਮੈਂਟ BJP ਤੇ NDA ਦੀ ਬਣ ਜਾਂਦੀ ਹੈ ਜੀ, ਤਾਂ ਅਸੀਂ ਉਹਦੇ ਚ ਮੈਂ ਸਮੇਂ ਤੋਂ ਪਹਿਲਾਂ ਨਹੀਂ ਕਹਿੰਦਾ, ਬਾਕਾਇਦਾ ਸੂਬਿਆਂ ਨੂੰ ਵੱਧ ਅਧਿਕਾਰ, ਇਹ ਜਿਹੜਾ ਸਿੱਖਾਂ ਦੇ ਧਾਰਮਿਕ ਮਾਮਲੇ 'ਚ ਦਖਲਅੰਦਾਜ਼ੀ ਬੰਦ, ਕਿਸੇ ਵੀ ਧਰਮ ਦੇ ਮਾਮਲੇ 'ਚ ਦਖਲਅੰਦਾਜ਼ੀ ਸਰਕਾਰਾਂ ਕਿਉਂ ਕਰਨ ਜੀ 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 ਜੀ। ਤੇ ਜੀ ਜੀ, ਇਹ ਚੌਕੇ ਬੜਾ ਵੱਡਾ ਹੈ। ਤੇ ਦੂਜਾ ਜਿਹੜਾ ਚੌਕੇ ਤੁਸੀਂ ਨੁਮਾਇੰਦਗੀ ਕਰਦੇ ਹੋ ਪੰਜਾਬ ਦੀ, ਔਰ ਜਿਹੜਾ ਮਸਲਾ ਗੁਜਰਾਤ ਦੇ ਵਿੱਚ ਕਿਸਾਨਾਂ ਦਾ ਮਸਲਾ ਬਹੁਤ ਉੱਭਰ ਕੇ ਸਾਹਮਣੇ ਆ ਗਿਆ, ਹੁਣ ਤਾਂ ਸਪਸ਼ਟ ਹੈ ਕਿ ਹਾਈ ਕੋਰਟ ਨੇ ਉਹਨਾਂ ਕਿਸਾਨਾਂ ਦੀ ਹੱਕ ਦੇ ਵਿੱਚ ਫੈਸਲਾ ਦਿੱਤਾ, ਪਰ ਗੁਜਰਾਤ ਸਰਕਾਰ ਨੇ ਉਹਦੇ ਅਗੇਂਸਟ ਸੁਪਰੀਮ ਕੋਰਟ ਦੇ ਵਿੱਚ PIL ਦਾਖਲ ਕਰ ਦਿੱਤੀ। ਕੀ ਇਹਦੇ ਨਾਲ ਉਹਨਾਂ ਦੇ ਹਿੱਤਾਂ ਨੂੰ ਬਹੁਤ ਵੱਡਾ ਨੁਕਸਾਨ ਨਹੀਂ ਪਹੁੰਚੇਗਾ? ਉਹਦੇ ਵਿੱਚ ਮੈਂ ਆਪ ਹੀ ਲక్ష్మణ ਸਿੰਘ, ਕਿਰਤੀ ਸਿੰਘ, ਸਰਦਾਰ ਸੁਰਿੰਦਰ ਸਿੰਘ ਭੁੱਲਰ, ਸਭ ਤੋਂ ਪਹਿਲਾਂ ਮੈਂ ਹੀ ਇਹਨਾਂ ਨੂੰ ਮਿਲਿਆ, ਮੈਂ ਇਹਨਾਂ ਨੂੰ ਬਾਦਲ ਸਾਹਿਬ ਕੋਲੇ ਲੈ ਕੇ ਗਿਆ ਸੀ ਹਾਂਜੀ। ਉਹਨਾਂ ਨੂੰ ਪਤਾ ਕਿਸੇ ਵੇਲੇ ਵਿਸ਼ਾ ਗੱਲ ਕਰਨੀ ਉਹਨਾਂ ਨਾਲ ਜੀ ਜੀ ਜੀ। ਉਹਦੇ ਵਿੱਚ ਇਹ ਪੁਆਇੰਟ ਹੈ ਵੀ ਇਹ ਗੱਲ ਗਲਤ ਹੋਈ ਹੈ ਹਾਂਜੀ, ਕਿ ਜਦ ਹਾਈ ਕੋਰਟ ਵਿੱਚ ਗੁਜਰਾਤ ਸਰਕਾਰ ਹਾਰ ਗਈ ਸੀ ਹਾਂਜੀ, ਜਦ ਗੁਜਰਾਤ ਸਰਕਾਰ ਹਾਰ ਗਈ ਸੀ ਕੇਸ ਜੀ, ਉੱਥੇ
ਇਹਨੂੰ ਕਹਿੰਦਾ ਪਰ ਪ੍ਰਾਂਤੀ, ਹਾਂਜੀ ਵੀ ਇਹ ਬਾਹਰਲੇ ਸੂਬਿਆਂ ਦੇ ਜੀ ਲੋਕਾਂ ਵੀ ਇਹ ਸਾਡੇ ਗੁਜਰਾਤ ਦੇ ਰਹਿਣ ਵਾਲੇ ਨਹੀਂ, ਪਰ ਹਾਂਜੀ। ਪ੍ਰਾਂਤੀ ਲਫ਼ਜ਼ ਵਰਤ ਕੇ ਹਾਂਜੀ ਉਹਨਾਂ ਦੇ ਜਿਹੜੇ ਅਧਿਕਾਰ ਆ ਉਹ ਸੀਲ ਕਰਤੇ, ਵਾਹੁੰਦੇ ਉਹੀ ਹੈ, ਹਾਂਜੀ ਮਾਲਕ ਵੀ ਉਹੀ ਹੈ, ਲੇਕਿਨ ਉਹ ਜ਼ਮੀਨ ਵੇਚ ਨਹੀਂ ਸਕਦੇ, ਉਹ ਤਬਾਦਲਾ ਨਹੀਂ ਕਰ ਸਕਦੇ, ਇਹੋ ਜਿਹੀਆਂ ਗੱਲਾਂ ਪਾਰਟੀਆਂ। ਉਹ ਜਦੋਂ 3 ਜੱਜਾਂ ਨੇ ਫੈਸਲਾ ਕੀਤਾ, ਉਹ ਭਾਰਤੀ ਸੰਵਿਧਾਨ ਦੀ ਧਾਰਾ 14 ਤੋਂ 19 ਤੱਕ ਜਿਹੜੇ ਜੀ ਬੁਨਿਆਦੀ ਅਧਿਕਾਰ ਆ ਹਰ ਭਾਰਤੀ ਦੇ, ਉਹ ਕਿਤੇ ਵੀ ਰਹਿ ਸਕਦਾ ਹੈ, ਜੀ। ਕਿਤੇ ਵੀ ਜਾ ਕੇ ਕੰਮ ਧੰਦਾ ਕਰ ਸਕਦਾ ਹੈ, ਜਾਇਦਾਦ ਖਰੀਦ ਵੇਚ ਸਕਦਾ ਹੈ, ਜੀ ਇਹ ਸਾਰਾ ਕੁਝ ਕਰਕੇ ਉਹਦੇ ਵਿੱਚ ਜਦੋਂ 3 ਜੱਜ ਸੀ, ਉਹ ਰੱਬੀ 3 ਜੱਜ ਬਾਹਰਲੇ ਸੂਬਿਆਂ ਦੇ ਸੀ, ਇੱਕ ਕੇਰਲਾ ਦਾ, ਇੱਕ ਬੰਗਾਲ ਦਾ, ਇੱਕ ਹੋਰ ਕਿਤੋਂ। ਉਹ ਜਦੋਂ ਉਹਨੂੰ ਸਰਕਾਰੀ ਵਕੀਲ ਕਹਿ ਰਿਹਾ ਸੀ ਗੁਜਰਾਤ ਸਰਕਾਰ ਦਾ ਕਿ ਜੀ ਇਹ ਤਾਂ ਪਰ ਪ੍ਰਾਂਤੀ ਆ, ਜਿਹੜੇ ਬੰਦੇ ਹਰਿਆਣੇ ਦੇ ਵੀ ਹੈਗੇ ਆ ਨਾ, ਕੋਈ ਕੱਲੇ ਸਿੱਖ ਹੀ ਨਹੀਂ, ਜੀ ਹਰਿਆਣੇ ਦੇ ਵੀ ਹੈਗੇ ਆ। ਹਾਂਜੀ ਜਦੋਂ ਉਹ ਗੱਲ ਆ ਰਹੀ ਸੀ ਜ਼ੋਰ ਨਾਲ, ਹਾਂਜੀ ਉਦੋਂ 3 ਜੱਜ ਕਹਿੰਦੇ ਇਹ ਤਾਂ ਅਸੀਂ ਵੀ ਪਰ ਪ੍ਰਾਂਤੀ ਹਾਂ। ਬਿਲਕੁਲ ਬਿਲਕੁਲ ਉਹਨਾਂ ਨੇ ਉਹ ਰੱਦ ਕਰਤਾ, ਕਿਉਂਕਿ ਭਾਰਤੀ ਸੰਵਿਧਾਨ ਦੀ ਧਾਰਾ ਵਿੱਚ ਜਿਹੜੇ ਬੁਨਿਆਦੀ ਅਧਿਕਾਰ ਹੈ ਹਰ ਸ਼ਹਿਰੀ ਨੂੰ, ਉਹ ਜਿਹੜੇ ਮਰਜ਼ੀ ਧਰਮ ਨੂੰ ਮੰਨੇ, ਜੀ ਧਰਮ ਦਾ ਆਪਣੇ ਦਾ ਹੱਦਾਂ ਜਿਹੜੇ ਕਿ ਪ੍ਰਚਾਰ ਕਰੇ, ਉਹ ਕੋਈ ਧੰਦਾ ਅਪਣਾਵੇ, ਉਹ ਲਿਬਾਸ ਪਹਿਨੇ, ਤੇ ਉਹ ਸਾਰੀਆਂ ਗੱਲਾਂ ਜਾਇਦਾਦ ਖਰੀਦੇ ਵਿੱਚ ਜੀ ਉਹਦੇ ਤੇ ਕੀਤਾ ਸੀ ਫੈਸਲਾ। ਹਾਂਜੀ। ਉਹਦੇ ਉੱਤੇ ਗੁਜਰਾਤ ਸਰਕਾਰ ਸੁਪਰੀਮ ਕੋਰਟ 'ਚ ਗਈ ਵੀ ਹੈ, ਅਨਫੋਰਚੂਨੇਟਲੀ ਹਲੇ ਉਹ ਵਾਪਸ ਨਹੀਂ ਲਿਆ, ਲੇਕਿਨ ਜਿੱਦਣ ਜਗਰਾਉਂ ਰਹਿੰਦੀ ਆਏ ਸੀ, ਮੋਗੇ ਜਗਰਾਉਂ ਦੇ ਵਿੱਚ ਆਏ, ਜੀ ਜੀ ਉੱਥੇ ਜੇਤਲੀ ਸਾਹਿਬ ਇਹ ਬੜਾ ਭਰੋਸੇ ਨਾਲ ਕਹਿ ਕੇ ਗਏ ਆਪਣੇ ਉਹ ਮੋਦੀ ਸਾਹਿਬ, ਜੀ ਕਿਸੇ ਕੀਮਤ ਤੇ ਵੀ ਸਿੱਖਾਂ ਨੂੰ ਉਜਾੜਿਆ ਜਾਏਗਾ। ਅਸੀਂ ਸਮਝਦੇ ਹਾਂ ਐਡੀ ਪਬਲਿਕ ਕਮਿਟਮੈਂਟ, ਪਬਲਿਕ ਵਾਅਦਾ, ਜੀ ਇਹਦੇ ਤੋਂ ਮੁੱਕਰਨਗੇ ਨਹੀਂ। ਗੱਲ ਸੁਣੋ ਰਾਮੂ ਵਾਲੀਆ ਜੀ, ਮੈਂ ਸਿਰਫ ਇੱਕ ਬੇਨਤੀ ਕਰਾਂ, ਕਾਂਗਰਸ ਨੇ ਵੀ ਬੜੇ ਵਾਅਦੇ ਸਾਡੇ ਨਾਲ ਕੀਤੇ ਸੀ, ਬਹੁਤ ਵਾਅਦੇ ਕੀਤੇ ਸੀ ਔਰ ਪਬਲਿਕਲੀ ਕੀਤੇ, ਉਹ ਲਿਖਤੀ ਤੌਰ ਤੇ ਕੀਤੇ ਸੀ। ਜੇ ਅਗਰ ਨਰਿੰਦਰ ਮੋਦੀ ਸਿੰਸੀਅਰ ਹੈ, ਫਿਰ ਅਗਰ ਉਹਨਾਂ ਨੇ ਸੁਪਰੀਮ ਕੋਰਟ 'ਚ ਰਿਟ ਕਰ ਦਿੱਤੀ ਹੈ PIL, ਕੱਲ ਨੂੰ ਅਗਰ ਸੁਪਰੀਮ ਕੋਰਟ ਇਹ ਕਹਿ ਦਿੰਦੀ ਹੈ ਕਿ ਹਾਂ ਹਾਈ ਕੋਰਟ ਦਾ ਫੈਸਲਾ ਗਲਤ ਹੈ, ਫਿਰ ਕੀ ਮੋਦੀ ਸਾਹਿਬ ਉਹਨੂੰ ਬਦਲ ਦੇਣਗੇ? ਇਸ ਤਰ੍ਹਾਂ ਜਦੋਂ ਉਹਨਾਂ ਨੇ ਕਿਹਾ ਚਾਹੇ ਬਦਲ, ਚਾਹੇ ਉਸੇ ਨੂੰ ਮੰਨਣ, ਜੋ ਜਿਹੜਾ ਗੁਜਰਾਤ ਪਰ ਥੋੜੀ ਪੇਤਲੀ ਜੀ ਦਲੀਲ ਹੈਗੀ ਹੈ ਜਿਹੜੀ ਕਿ ਦਿੱਤੀ ਜਾ ਰਹੀ ਹੈ, ਔਰ ਇਸ ਸਾਰੇ ਚੋਣ ਮੁਹਿੰਮ ਦੇ ਵਿੱਚ ਵੀ ਉਹਦਾ ਕੋਈ ਜ਼ਿਕਰ ਉਹਨਾਂ ਨੇ ਨਹੀਂ ਕੀਤਾ। ਜਿਹੜਾ ਜਦੋਂ ਜਗਰਾਉਂ ਗਏ ਹੈ ਜੀ ਨਹੀਂ ਹੁਣ ਪੂਰੇ ਜ਼ੋਰ ਨਾਲ ਸੋ ਤੁਹਾਨੂੰ ਉਮੀਦ ਹੈ, ਤੁਸੀਂ ਉਹਨਾਂ ਵਾਅਦਿਆਂ ਤੇ ਯਕੀਨ ਕਰ ਰਹੇ ਹੋ, ਹੈ ਨਾ? ਜੇ ਕਾਂਗਰਸ ਦੇ 60 ਸਾਲ ਦੇਖੇ ਆ ਜੀ ਕਾਂਗਰਸ ਦੇ, ਤੇ ਇਹਨਾਂ ਦੇ ਵੀ ਦੇਖ ਲਵਾਂਗੇ। ਪਰ ਇੱਕ ਗੱਲ ਮੈਂ ਹੋਰ ਦੱਸ ਦਿਆਂ ਵੀ ਹਾਲ ਮਾੜਾ ਬਹੁਤ ਹੈ। ਹਾਂਜੀ ਹਿਮਾਚਲ ਪ੍ਰਦੇਸ਼ ਵਿੱਚ ਵੀ ਕੋਈ ਜ਼ਮੀਨ ਨਹੀਂ ਲੈ ਸਕਦਾ ਪੰਜਾਬੀ, ਜੀ ਨਾ ਰਾਜਸਥਾਨ, ਉੱਥੇ ਮੂਲ ਨਿਵਾਸੀ ਦਾ ਇੱਕ ਨਵਾਂ ਢਕੌਂਸਲਾ ਕਰਤਾ ਕਾਂਗਰਸ ਸਰਕਾਰ ਨੇ। ਜੀ ਰਾਜਸਥਾਨ ਤੇ ਜੇ ਤੁਸੀਂ ਮੂਲ ਵਾਸੀ ਹੈ ਪਿਛਲੇ 50 ਸਾਲ ਤੋਂ, ਤਾਂ ਹੀ ਰਾਜਸਥਾਨ ਤੇ ਖੇਤੀਯੋਗ ਜ਼ਮੀਨ ਲੈ ਸਕਦੇ ਜੀ ਉਹ ਵੀ ਮੁੱਕ ਗਿਆ। ਕਸ਼ਮੀਰ 'ਚ ਜਾ ਨਹੀਂ ਸਕਦੇ, ਹਾਲਾਤ ਮਾੜੇ ਆ ਦੇਸ਼ ਦੇ। ਜੀ ਕਸ਼ਮੀਰ 'ਚ ਤਾਂ ਬਕਾਇਦਾ ਕਾਂਗਰਸ ਸਰਕਾਰਾਂ ਨੇ ਠੀਕ ਹੈ, ਧਾਰਾ 70 370, ਇਸ ਲਈ ਸਾਰਾ ਕੁਝ ਇਹ ਜੋ ਹੋ ਰਿਹਾ ਹੈ, ਇਹ ਦੇਸ਼ ਦੀ ਟੋਟਲ ਵਾਤਾਵਰਨ 'ਚ ਖਰਾਬ ਹੈ। ਜੀ ਜਿਵੇਂ ਦੱਸਿਆ ਮੈਂ ਵੀ ਰਾਜਸਥਾਨ 'ਚ ਕਿੱਥੋਂ ਲੈ ਆਉਂਦਾ ਜੀ ਇਹਨਾਂ ਨੇ ਮੂਲ ਵਾਸੀ ਦਾ, ਹਾਂਜੀ ਉੱਥੇ ਵੀ। ਇਸ ਕਰਕੇ ਅਸੀਂ ਸਮਝਦੇ ਵੀ ਗੁਜਰਾਤ ਵਿੱਚ ਜਿਹੜਾ ਕਿ ਐਕਟ ਉਹ ਬਣਾਇਆ ਤੁਸੀਂ ਕਾਂਗਰਸ ਸਰਕਾਰ ਨੇ ਜੀ, ਅੱਜ ਤੋਂ 30 ਸਾਲ ਪਹਿਲਾਂ, ਜੀ ਜਿਹੜਾ ਸੀਗਾ ਵਿਦਰਭਾ, ਜੀ ਉਹਦੇ ਵਿੱਚ ਆਇਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਮੋਦੀ ਜੀ ਆਪਣੇ ਦਿੱਤੇ ਵਾਅਦੇ ਤੋਂ ਪਿੱਛੇ ਨਹੀਂ ਹਟਣਗੇ। ਪਰ ਜਿਹੜਾ ਰਾਮੂ ਵਾਲੀ ਜੀ ਤੁਸੀਂ ਇਹ ਕਹਿ ਰਹੇ ਹੋ, ਦੱਸ ਰਹੇ ਹੋ ਕਿ 60 ਸਾਲ ਅਸੀਂ ਉਹਨਾਂ ਦੇ ਵਾਅਦੇ ਤੇ ਯਕੀਨ ਕੀਤਾ ਤੇ ਹੁਣ ਇਹਨਾਂ ਦੇ ਵੀ ਕਰ ਲਈਏ, ਕਿਧਰੇ ऐसी हालत ਤੇ नहीं कि कबाबे सीख हैं हम हरसू बदलते हैं, जल उठता है ये पहलू तो वो पहलू बदलते हैं, कभी उधरों खा लिया हुण इधरों भी। जी ਉਹ ਵੇਲੇ ਗਏ ਜੀ, ਉਹ ਵੇਲੇ ਗਏ, ਹੁਣ ਰਾਜ ਉਹਨਾਂ ਦਾ ਰਹੂ। ਹਾਂਜੀ ਜਿਹੜੇ ਸੇਵਾ ਕਰਨਗੇ, ਜਿਹੜੇ ਖੜਮਸਤੀਆਂ ਕਰਨਗੇ, ਉਹਨਾਂ ਦੇ ਹੁਣ ਰਾਜ ਰੂਜ ਨਹੀਂ ਰਹਿਣੇ। ਜੀ ਕੋਈ
ਸਥਿਰ ਨਹੀਂ। ਉਦੋਂ ਕਾਂਗਰਸ ਦੀਆਂ ਮਨੋਪਲੀਆਂ ਸੀਗੀਆਂ, ਜੀ। ਅਜਾਰੇਦਾਰੀ ਸੀ ਵੀ ਨਹਿਰੂ ਆ ਗਿਆ, ਸ਼ਾਸਤਰੀ ਆ ਗਿਆ, ਗਿਰਦਾਈਲਾ ਨੰਦਾ ਆ ਗਿਆ, ਮਨਮਾਨੀਆਂ 30 ਦੇ 30 ਸੂਬੇ ਕੋਲੇ। ਹੁਣ ਕਾਂਗਰਸ ਦੇ ਤੇ ਪੱਲੇ ਵੀ ਕੀ ਹੈ ਤੇ ਬੀਜੇਪੀ ਕੋਲ ਵੀ 5-7 ਸੂਬੇ ਹੀ ਹੈ। ਸਾਰਾ ਦੇਸ਼ ਉਂਝ ਵੀ ਦੇਸ਼ ਵਿੱਚ ਸੂਬਾਈ ਪਾਰਟੀਆਂ ਅੱਗੇ ਵਧ ਰਹੀਆਂ, ਸੂਬਾਈ ਰੀਜਨਲ ਪਾਰਟੀਆਂ ਅੱਗੇ ਚੜ ਰਹੀਆਂ। ਠੀਕ ਹੈ। ਅੱਛਾ ਰਾਮੂਵਾਲੀ ਜੀ, ਜਿਹੜਾ ਅੱਜ ਚੋਣ ਕਮਿਸ਼ਨ ਨੇ ਇੱਕ ਬੜਾ ਵੱਡਾ ਝਟਕਾ ਦਿੱਤਾ ਹੈ ਅਕਾਲੀ ਦਲ ਨੂੰ ਕਿ ਡੀਜੀਪੀ ਨੂੰ ਕਹਿ ਦਿੱਤਾ ਹਟਾ ਦਿਓ, ਕੀ ਇਹ ਟਿੱਪਣੀ ਜਿਹੜੀ ਹੈ ਇਹਦੀ ਸਾਖ ਦੇ ਉੱਤੇ ਬੜਾ ਅਸਰ ਨਹੀਂ ਪਾਉਂਦੀ? ਉਹ ਇਲੈਕਸ਼ਨ ਕਮਿਸ਼ਨ ਦਾ ਫੈਸਲਾ, ਉਹਦੇ ਵਿੱਚ ਦੀ ਗੱਲ ਨਹੀਂ ਵੀ ਕੋਈ। ਉਹਨੇ ਕਹਿੰਦਾ ਸੈਣੀ ਸਾਹਿਬ ਨੂੰ ਬਦਲ ਦਿਓ ਜੀ, ਉਹਨਾਂ ਨੇ ਆਪ ਹੀ ਬਦਲਤਾ, ਬਦਲ ਕੇ ਨਵਾਂ ਲਾ ਦੇਣਗੇ। ਠੀਕ ਹੈ। ਤੇ ਮੇਰਾ ਸਿਰਫ ਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਰਾਮੂਵਾਲੀ ਜੀ, ਤੁਸੀਂ ਇਹ ਸਾਰੀ ਗੱਲਬਾਤ ਕੀਤੀ। ਇੱਕ ਗੱਲ ਮੈਂ ਜ਼ਰੂਰ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਕਹਿਣਾ ਚਾਹੁੰਦਾ ਵੀ ਆਪਾਂ ਜਿਹੜੇ ਸਿੱਖ ਹੈ, ਆਪਾਂ ਦੂਜੇ ਦੇ ਨੁਕਸ ਕੱਢੀ ਜਾਂਦੇ। ਆਪਾਂ ਕਦੇ ਆਪ ਸੋਚਿਆ ਵੀ ਆਪਾਂ 50-50 ਲੱਖ ਰੁਪਇਆ ਵਿਆਹਾਂ ਤੇ ਲਾਉਂਦੇ ਆ ਤੇ 6 ਮਹੀਨੇ ਵਿਆਹ ਟੁੱਟ ਜਾਂਦੇ ਆ। ਕਿਵੇਂ 10-10 ਏਕੜ ਜ਼ਮੀਨ, 5-5 ਏਕੜ ਜ਼ਮੀਨ ਗਹਿਣੇ ਧਰ ਕੇ ਤੇ ਬਹਿ ਕਰਕੇ 2-2 ਏਕੜ ਅਸੀਂ ਕੁੜੀਆਂ ਵਿਆਹੁੰਦੇ ਆ। ਕਿਵੇਂ ਜਿਹੜਾ ਤਾਂ ਮੁੰਡਾ ਵਿਆਹੁਣ ਜਾਂਦਾ ਕੁੜਮ, ਉਹ ਧੀ ਵਾਲੇ ਦਾ ਲਹੂ ਪੀ ਜਾਂਦਾ। ਜਦੋਂ ਮੁੰਡੇ ਵਾਲਾ ਆਪਦੀ ਧੀ ਵਿਆਹੁੰਦਾ ਫਿਰ ਉਹਦਾ ਕੋਈ ਹੋਰ ਲਹੂ ਪੀ ਜਾਂਦਾ। ਕਿਵੇਂ 140 ਵੇਟਰ ਤੇ ਕਿਵੇਂ 3-3 ਲੱਖ ਚ ਗਾਉਣ ਵਾਲੀਆਂ, ਕਿਵੇਂ ਸ਼ਰਾਬ ਦੇ ਹੜ ਚੱਲਦੇ ਆ ਤੇ ਕਿਵੇਂ ਜੂਸ ਦੇ ਟੱਟ ਲੱਗਦੇ। ਇਹ ਜੋ ਕਦੇ ਆਪਾਂ ਸੋਚਿਆ ਵੀ ਆਪਾਂ ਹੁਨਰਮੰਦ ਕੋਈ ਕਿਤੇ ਵੀ, ਮੈਨੂੰ 12,700 ਪੈਂਦਾ ਤੇ ਤੁਸੀਂ ਜਿਹੜੇ ਅਮਰੀਕਾ ਕੈਨੇਡਾ ਰਹਿੰਦੇ, ਮੈਂ ਹੱਥ ਬੰਨ ਕੇ ਪੈਰਾਂ ਨੂੰ ਹੱਥ ਲਾ ਕੇ ਤੁਹਾਡੇ ਪੁੱਛਦਾ ਵੀ ਕਦੇ 50 ਬੰਦਿਆਂ ਨੇ 20 ਬੰਦਿਆਂ ਨੇ ਰਲ ਕੇ ਗੱਲ ਕੀਤੀ ਵੀ ਆਪਣੇ ਸਮਾਜ 'ਚ ਬੁਰਾਈਆਂ ਚਲੀਆਂ ਕੱਢੀਏ। ਕਦੇ ਕਿਸੇ ਨੇ ਸੋਚਿਆ ਵੀ ਮਜ਼੍ਹਬੀ ਸਿੱਖ, ਰਵਿਦਾਸੀਏ ਸਿੱਖ, ਕਬੀਰ ਪੰਥੀ, ਗਰੀਬ ਗੁਰਬੇ, ਉਹ ਸਿੱਖੀ ਤੋਂ ਉਹਨਾਂ ਦਾ ਮੋਹ ਭੰਗ ਹੋਈ ਜਾਂਦਾ। ਗਰੀਬ ਸਿੱਖ ਨੂੰ ਕੋਈ ਤੜਪ ਨਹੀਂ। ਸੋਨੇ ਦੇ ਤੇ ਸੰਗਮਰਮਰ 'ਚ ਆਪਾਂ ਸਿੱਖੀ ਨੂੰ ਮੜੀ। ਮੇਰਾ ਮਤਲਬ ਆਪਾਂ ਵੀ ਆਪਦੇ ਤੇ ਝਾਤੀ ਮਾਰੀਏ। ਆਪਣੀ ਕੌਮ ਮੈਂ ਠੋਕ ਕੇ ਕਹਿੰਦਾ, ਇਹ ਸਵੈ ਸੁਧਾਰ ਤੇ ਸਮਾਜ ਸੁਧਾਰ ਤੇ ਭਾਈ ਲਾਲੋ ਨੂੰ ਬੁੱਕਲ ਚ ਰਹਿਣਾ ਸੀ। ਹੁਣ ਜੇ ਸਿੱਖਾਂ ਦੇ ਸਮੁੱਚੇ ਸਿਸਟਮ 'ਚ ਸਭ ਤੋਂ ਵੱਧ ਕਿਸੇ ਦਾ ਬੇਧਿਆਨੀ, ਉਹ ਭਾਈ ਲਾਲੋਆਂ ਦੀ ਕੈਟੇਗਰੀ ਵੱਲ ਹੈ। ਜੀ ਰਾਮੂਵਾਲੀ ਜੀ, ਤੁਹਾਡੀ ਵਿਚਾਰ ਔਰ ਤੁਹਾਡੀ ਜਿਹੜੀ ਸੋਚ ਹੈ ਉਹ ਮੁਬਾਰਕ ਹੈ ਔਰ ਕਾਫੀ ਸਿੱਧੀ ਪੱਧਰੀ ਸਨੇਹ ਹੈ। ਪਰ ਮੈਂ ਇੱਕ ਛੋਟਾ ਜਿਹਾ, ਬਹੁਤ ਛੋਟਾ ਜਿਹਾ ਸਵਾਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਨਸ਼ਿਆਂ ਮੁਕਤ ਕਰਨ ਦਾ ਇੱਕ ਪ੍ਰੋਗਰਾਮ ਸੀ, ਪਰ ਨਸ਼ਿਆਂ ਦਾ ਹੜ੍ਹ ਆਇਆ ਪਿਆ ਪੰਜਾਬ ਵਿੱਚ। ਤੁਹਾਡੀ ਸਰਕਾਰ ਨੇ ਤੰਬਾਕੂ ਦੇ ਉੱਤੇ ਟੈਕਸ ਘਟਾ ਦਿੱਤਾ, ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਧਾ ਦਿੱਤੀ, ਉਸ ਤੋਂ ਰੈਵਨਿਊ ਇਕੱਠਾ ਕਰ ਰਹੀ ਹੈ। ਇੱਕ ਪਾਸੇ ਕੀ ਕੇਵਲ ਗੱਲੀ ਬਾਤੀ ਕਹਿ ਦੇਣ ਨਾਲ ਉਹ ਮਸਲਾ ਹੱਲ ਹੋਏਗਾ ਜਾਂ ਸਰਕਾਰ ਦਾ ਵੀ ਕੋਈ ਫਰਜ਼ ਹੈ? ਮੈਂ ਗੱਲ ਕੀਤੀ ਹੈ, ਆਪਾਂ ਵਿਸ਼ਾ ਨਾ ਬਦਲੀਏ ਜੀ। ਮੈਂ ਇਹ ਬੇਨਤੀ ਕੀਤੀ ਹੈ ਵੀ ਮੇਰੀ ਮਿਹਨਤ ਹੈ 1908 ਵਿੱਚ ਜੀ ਭਾਈ ਰਣਧੀਰ ਸਿੰਘ ਤਹਿਸੀਲਦਾਰ ਚੁਣੇ ਗਏ ਸੀ, ਭਾਈ ਰਣਧੀਰ ਸਿੰਘ ਜੀ। ਉਹਨਾਂ ਨੇ ਅਸਤੀਫਾ ਦਿੱਤਾ ਸੀ। ਮੇਰੇ ਦਿਲ 'ਚ ਦਰਦ ਹੋਇਆ, ਮੈਂ 20-22 ਸਾਲ ਮੁੰਡੇ ਬਾਹਰੋਂ ਛਡਾਉਣ, ਏਜੰਟਾਂ ਤੋਂ ਬਚਾਉਣ, ਬੜੇ ਧੱਕੇ ਖਾ ਲਏ। ਹਰ ਦਿਨ ਮੈਂ ਮੁੱਦਾ ਡਿੱਗ ਪਿਆ ਵੀ ਕੋਈ ਨਹੀਂ ਸੁਣਦਾ। ਸਾਰੀ ਸੁਸਾਇਟੀ ਇਸ ਵੇਲੇ ਆਇਆ ਅਖਬਾਰ 'ਚ 481 ਬੰਦੇ ਕਵੈਤ 'ਚ ਮਰ ਗਏ ਆ, ਟਰੈਵਲ ਏਜੰਟ ਲੈ ਕੇ ਗਏ ਉਹਨਾਂ ਨੂੰ। ਕੋਈ ਭੇਜਣੋਂ ਨਹੀਂ ਹਟਦਾ, ਕੋਈ ਜਿਹੜਾ ਮੈਂ ਤੁਹਾਨੂੰ ਕਿਹਾ ਮਹਿੰਗੀਆਂ ਰਸਮਾਂ ਤੋਂ ਨਹੀਂ ਹਟਦਾ। ਉਹ ਤਾਂ ਮੈਂ ਤਾਂ ਪਰਸਨਲ ਗੱਲ ਕੀਤੀ। ਇਹਦੇ ਬਾਰੇ ਸਰਕਾਰ ਕੀ ਕਰ ਰਹੀ ਹੈ? ਇਹਦੇ ਬਾਰੇ ਸਰਕਾਰ, ਪੰਜਾਬ ਸਰਕਾਰਾਂ ਜਿਹੜੀਆਂ ਹਰਿਆਣੇ 'ਚ ਕਿਹੜਾ ਕਰਦੀ ਹੈ ਜੀ? ਨਹੀਂ, ਮੈਂ ਪੰਜਾਬ ਦੀ ਗੱਲ ਕਰੀਏ ਆਪਾਂ ਜੀ। ਜਿੰਨੀਆਂ ਸਰਕਾਰਾਂ ਕਰਦੀਆਂ ਉਹ ਕਰਦੀਆਂ ਰਹਿੰਦੀਆਂ। ਸਰਕਾਰਾਂ ਨੇ ਐਕਟ ਬਣਾਤਾ, ਸਰਕਾਰਾਂ ਨੇ ਬੰਦੇ ਫੜ ਲਏ, 4 ਏਜੰਟ। ਹੁਣੇ ਮੈਂ ਅਖਬਾਰ ਪੜ੍ਹੀ ਜਾਂਦਾ ਵੀ ਜਲੰਧਰ ਏਜੰਟ ਫੜ ਕੇ ਅੰਦਰ ਦੇ ਤੇ। ਪਰ ਲੋਕੀ ਕਿਉਂ 10-10, 12-12 ਲੱਖ? ਮੇਰੇ ਕੋਲੇ ਕੈਨੇਡਾ, ਅਮਰੀਕਾ ਤੋਂ 100 ਕੇਸ ਹੈ ਜਿਨ੍ਹਾਂ ਨੇ ਕਿਹਾ ਜੀ ਅਸੀਂ ਇੱਥੇ ਪੈਸੇ ਦੇਤੇ, ਸਾਡਾ ਮੁੰਡਾ ਕੁੜੀ ਇੱਥੇ ਆ ਜੂ, ਵਾਰੀ ਵਟੇ, ਉਹ ਵੀ ਸਾਡੇ ਪੈਸੇ ਰੁਲ ਗਏ। ਸੋ ਰਾਮੂਵਾਲੀ ਜੀ, ਅਸੀਂ ਤੁਹਾਡੇ ਇਸ ਮੁੱਦੇ ਤੇ ਤੁਹਾਡੇ ਨਾਲ ਵਿਸ਼ੇਸ਼ ਗੱਲਬਾਤ ਕਰਨੀ ਚਾਹਾਂਗੇ। ਔਰ ਠੀਕ ਹੈ। ਅੱਜ ਅਸੀਂ ਚੋਣਾਂ ਦਾ ਸੀ ਗੱਲ ਆਪਾਂ ਦੂਜੇ ਪਾਸੇ ਲੈ ਗਏ,
ਪਰ ਉਮੀਦ ਹੈ ਕਿ ਜਿਹੜੀਆਂ ਚੋਣਾਂ ਦੇ ਵਿੱਚ ਵੀ ਇਹਨਾਂ ਚੀਜ਼ਾਂ ਨੂੰ ਲਾਗੂ ਕਰੀਏ ਜਿਹੜੀਆਂ ਚਲੋ ਤੁਸੀਂ ਕੋਈ ਗੱਲ ਨਹੀਂ, ਕਰ ਰਹੇ ਹੋ। ਮੈਂ ਤਾਂ ਦੇਖੋ ਮੇਰਾ ਤਾਂ ਲੱਗਿਆ ਮੈਂ ਤਾਂ ਚਾਹੇ ਨੰਗੇ ਪੈਰੀ ਤੁਰਾਂ, ਮੈਂ ਤਾਂ ਠੀਕ ਹੈ। ਝੰਡਾ ਚੱਕੀ ਰੱਖਣਾ ਹੈ। ਠੀਕ ਹੈ, ਜਿਹਦੇ ਠੀਕ ਜੋਗਾ ਹੈਗਾ ਤੇ ਚਲੋ। ਚੱਕੀ ਰੱਖਾਂਗੇ। ਅਕਾਲੀ ਦਲ ਦੀ ਆਵਾਜ਼ ਉਠਾਉਣੇ, ਠੀਕ ਅਕਾਲੀ ਦਲ ਉਹਦੇ ਨੋਟਿਸ ਵੀ ਲੈਂਦਾ ਹੈ। ਠੀਕ ਹੈ, ਬਹੁਤ ਸਿਆਣੇ ਢੰਗ ਨਾਲ ਬਾਦਲ ਸਾਹਿਬ, ਸੁਖਬੀਰ ਸਿੰਘ ਵੀ, ਪ੍ਰਕਾਸ਼ ਸਿੰਘ ਬਾਦਲ ਠੀਕ ਨੋਟਿਸ ਲੈਂਦੇ ਆ। ਠੀਕ ਹੈ ਚੰਗਾ ਜੀ, ਸਾਰਿਆਂ ਨੂੰ ਫਤਿਹ। ਬਹੁਤ ਵਾਹਿਗੁਰੂ ਜੀ ਬਹੁਤ ਕਾ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੇ ਦਰਸ਼ਕੋ, ਇਹ ਸਰ ਬਲਵੰਤ ਸਿੰਘ ਰਾਮੂਵਾਲੀਆ, ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਔਰ ਪਾਰਟੀ ਦੇ ਮੁੱਖ ਬੁਲਾਰੇ, ਉਹਨਾਂ ਦੇ ਨਾਲ ਗੱਲਬਾਤ ਤੁਸੀਂ ਸੁਣੀ। ਤੁਹਾਡੇ ਕੀ ਵਿਚਾਰ ਹੈ, ਜੋ ਉਹ ਸੁਨੇਹਾ ਦੇ ਰਹੇ ਹੈ, ਕਿੰਨੀ ਕੁ ਉਹਦੇ ਵਿੱਚ ਤੁਹਾਨੂੰ ਆਸ ਦੀ ਕਿਰਨ ਲੱਗਦੀ ਹੈ। ਸਮਾਂ ਹੈ ਇੱਕ ਛੋਟੇ ਜਿਹੇ ਵਕਫੇ ਦਾ, ਉਸ ਦੇ ਬਾਅਦ ਤੁਸੀਂ ਆਪਣੇ ਵਿਚਾਰ ਜ਼ਰੂਰ ਦਰਜ ਕਰਾਓ। ਇੰਤਜ਼ਾਰ ਹੋਏਗਾ ਇੱਕ ਵਕਫੇ। ਆਇਓ ਸ਼ਰਨ ਤੁਹਾਰੀ, ਆਇਓ ਸ਼ਰਨ ਤੁਹਾਰੀ, ਆਇਓ ਸ਼ਰਨ ਤੁਹਾਰੀ, ਆਇਓ ਸਤਿਗੁਰ 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 ਸਤਿਗੁਰ। ਅੱਧਾ ਘੰਟਾ ਖੜਾ ਰਿਹਾ, ਐਦਾਂ ਅਰਦਾਸਾਂ ਵੀ ਕੀਤੀਆਂ, ਪਤਾਸੇ ਵੀ ਚੜਾਏ। ਮੈਨੂੰ ਇੱਧਰ ਆ ਕੇ ਜਵਾਬ ਦੇ ਵੀ ਕੀ ਸਿੱਖਿਆ। ਕੁਝ ਵੀ ਨਹੀਂ, ਮੈਨੂੰ ਸਵਾਲ ਕਰ, ਮੈਨੂੰ ਸਿੱਖ ਨੂੰ ਸਵਾਲ ਕਰ, ਕਿਸੇ ਨੂੰ ਚੜ੍ਹਦੀ ਕਲਾ ਵਾਲੇ ਨੂੰ ਸਵਾਲ ਕਰ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਕਿਉਂ ਟੇਕਿਆ। ਮੈਂ ਤੈਨੂੰ ਪੁੱਛਿਆ ਕਿਉਂ ਟੇਕਿਆ, ਕੀ ਮਿਲਿਆ। ਕੁਝ ਵੀ ਨਹੀਂ, ਮੈਨੂੰ ਪੁੱਛ ਕਿਉਂ ਟੇਕਿਆ। ਤਾਂ ਟੇਕਿਆ, ਇਹੋ ਜਿਹੇ ਬਚਨ ਨਹੀਂ ਸੁਣਾਏ ਕਿਸੇ ਨੇ। ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਤਾਂ ਟੇਕਿਆ, ਐਸੀ ਦਲੀਲ ਨਹੀਂ ਦਿੱਤੀ ਕਿਸੇ ਨੇ, ਐਸੀ ਜੀਵਨ ਜਾਤ ਨਹੀਂ ਦਿੰਦਾ ਕੋਈ, ਮੈਂ ਕਿਉਂ ਨਾ ਟੇਕਾਂ ਮੱਥਾ। ਇੱਕ ਓੰਕਾਰ। मेरे साथ चलो मेरे साथियों, चटपट की दुनिया के मजे लूट लो। पापा मम्मी दादा दादी फ्रेंड्स को बुलाओ, चटपट के मैजिक में सभी खो जाओ। चटपट के मैजिक, चटपट के मैजिक, बिगी लाइफ में ले आओ मजा। चटपट सा मैजिकल टेस्ट भरा, बोरिंग दही को बनाओ इंटरेस्टिंग। पूरी पे डालो ये मैजिकल स्प्रिंकलिंग, अकेले खाओ या सभी के साथ खाओ। चटपट की दुनिया में सभी खो जाओ, खाने के साथ या इवनिंग टाइम स्नैक, मजा आए तब जब खुले ये चटपट का पैक। चटपट काय हो जाए चटपट। Jasprit Singh, attorney at law. For all your immigration matters, asylum cases, deportation, family law, divorce, bankruptcy, entertainment visas, green card, etc., please contact the law offices of Jasprit Singh. With over 15 years of experience, we have handled many critical cases. We have 4 offices conveniently located in New York, Fremont, Sacramento, and Fresno. For free consultation, please contact 718-533-8444, 510-657-6444, 559-271-5511, 916-372-4448. ਕੁਨਾਲ ਜੁਐਲਰ ਦੇ ਗਹਿਣੇ, ਵਾਹ ਪਈ ਵਾਹ ਕਿਆ ਕਹਿਣੇ। ਗਹਿਣਿਆਂ ਨਾਲ ਭਰ ਲੈ ਜਾਓ, ਘਰਵਾਲੀ ਨੂੰ ਹੂਰ ਬਣਾਓ। ਕੁਨਾਲ ਜੁਐਲਰ ਤੇ ਆਓ, ਗਹਿਣਿਆਂ ਨਾਲ ਸੱਜ ਧੱਜ ਕੇ ਬਾਗੋ ਬਾਗ ਹੋ ਜਾਓ। ਅਸੀਂ ਤੁਹਾਡੀ ਪਸੰਦ ਦੇ 22 ਅਤੇ 24 ਕੈਰਟ ਦੇ ਕੜੇ, ਚੇਨ, ਕੋਇਨਸ, ਡਾਇਮੰਡ ਕੱਟ ਬੈਂਗਲਸ ਆਰਡਰ ਤੇ ਤਿਆਰ ਕਰਦੇ ਹਾਂ। ਗਹਿਣਿਆਂ ਦੀ ਰਿਪੇਅਰ ਵੀ ਇੱਥੇ ਹੀ ਕਰਦੇ ਹਾਂ। ਤੁਸੀਂ ਆਪਣੀ ਰਾਸ਼ੀ ਦੇ ਬਰਸਟੋਨ ਵੀ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਸਾਡੇ ਕੋਲ ਡਾਇਮੰਡ ਜੁਐਲਰੀ ਦੀ ਇੱਕ ਤੋਂ ਵੱਧ ਇੱਕ ਵੈਰਾਈਟੀ ਹੈ। ਹੋਰ ਜਾਣਕਾਰੀ ਲਈ ਬਿੱਟੂ ਨੂੰ ਹੁਣੇ ਕਾਲ ਕਰੋ 718-478-7200। ਯਾਦ ਰੱਖੋ, ਕੁਨਾਲ ਜੁਐਲਰ, 37-08 74 ਸਟਰੀਟ, ਜੈਕਸਨ ਹਾਈਟਸ, ਨਿਊਯਾਰਕ। ਪੰਜਾਬੀ ਭਰਾਵਾਂ ਦਾ ਟਰੱਕ ਡਰਾਈਵਿੰਗ ਸਕੂਲ ਮੋਡੈਸਟੋ ਕੈਲੀਫੋਰਨੀਆ ਵਿੱਚ ਲਾਇਸੈਂਸ 100% ਗਾਰੰਟੀ, ਰਿਹਾਇਸ਼ ਅਤੇ 에ਅਰਪੋਰਟ ਤੋਂ ਪਿਕਅਪ ਫ੍ਰੀ। ਕਾਲ ਕਰੋ ਅਵਤਾਰ ਸਿੰਘ ਚੱਠਾ ਨੂੰ 209 404 84 80। सुपना चाहे शानदार कार दा होवे या ऑफिस दा, सच करता है सहारा कंस्ट्रक्शंस, जिथे रेजिडेंशियल, कमर्शियल,
न्यू हाउस कंस्ट्रक्शन, मॉडिफिकेशन, फ्रेमिंग, एक्सटेंशन, डॉर्मर, रेनोवेशन, इंटीरियर या एक्सटीरियर हर तरह की सुविधा अवेलेबल है। साडा पता है 25312 85 एवेन्यू, बेलरोज, नाइल 11426। ਹੋਰ ਜਾਣਕਾਰੀ ਲਈ 102 ਫੈਮਿਲੀ ਕਸਟਮਾਈਜ਼ਡ ਹਾਊਸਿਸ ਲਈ ਅਤੇ ਫ੍ਰੀ ਐਸਟੀਮੇਟ ਲਈ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਕੰਟੈਕਟ ਨੰਬਰ 7188316970 ਐਂਡ 7182855945। ਇਹਨਾਂ ਨੰਬਰਸ ਤੇ ਤੁਸੀਂ ਫ੍ਰੀ ਐਸਟੀਮੇਟ ਲਈ ਵੀ ਕਾਲ ਕਰ ਸਕਦੇ ਹੋ। ਪੰਜਾਬੀਆਂ ਦੀ ਪਪੂਲਰ ਡਿਮਾਂਡ ਨੂੰ ਦੇਖਦਿਆਂ ਸਾਮਰਾ ਪ੍ਰੋਡਿਊਸ ਐਕਸਪ੍ਰੈਸ ਖੁੱਲ ਗਿਆ ਹੁਣ ਆਰਟੀਸੀਆ ਕੈਲੀਫੋਰਨੀਆ ਵਿੱਚ। ਫਰੈਸ਼ ਸੀਜ਼ਨਲ ਵੈਜੀਟੇਬਲਸ, ਫਰੂਟਸ ਤੇ ਇੰਡੀਅਨ ਗਰੋਸਰੀਜ਼ ਦਾ ਖਜ਼ਾਨਾ। Everyday fresh produce directly from the farm. Religious events ਤੇ restaurants ਲਈ special prices. For shipping all over US and Canada, call 213-486-0086. Samra Produce, number 1 wholesale distributor ਪੂਰੇ ਅਮਰੀਕਾ ਤੇ ਕੈਨੇਡਾ ਵਿੱਚ। This ad is sponsored by Samra Produce. ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹੱਲ ਵੱਲੋਂ ਸਮੂਹ ਟਰਾਈ ਸਟੇਟ ਦੀਆਂ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਭਾਵਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ 27ਵੀਂ ਸਿੱਖ ਡੇ ਪਰੇਡ ਜੋ ਕਿ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ ਮਨਿਆਟਨ ਵਿਖੇ ਕੱਢੀ ਜਾ ਰਹੀ ਹੈ। ਇਹ ਪਰੇਡ 12 ਵਜੇ 37 ਸਟਰੀਟ ਮੈਡੀਸਨ ਤੋਂ ਆਰੰਭ ਹੋਵੇਗੀ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਹੁਮ ਹੁਮਾ ਕੇ ਇਸ ਪਰੇਡ ਵਿੱਚ ਆ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅੱਜ ਚੋਣਾਂ ਦੇ ਇਸ ਪ੍ਰੋਗਰਾਮ ਦੇ ਹਵਾਲੇ ਦੇ ਨਾਲ ਤੁਸੀਂ ਵੇਖਿਆ ਕਿ ਅਸੀਂ ਸਾਰਾ ਵੇਰਵਾ ਦਿੱਤਾ ਔਰ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਸੀਨੀਅਰ ਮੀਤ ਪ੍ਰਧਾਨ ਸਾਹਿਬ ਬਲਵੰਤ ਸਿੰਘ ਰਾਮੂਵਾਲੀਆ ਉਹਨਾਂ ਨੇ ਗੱਲਬਾਤ ਕੀਤੀ ਔਰ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਆਪ ਨਾਲ ਅਸੀਂ ਮਸਲੇ ਸਾਂਝੇ ਕੀਤੇ ਉਹਨਾਂ ਦੇ ਬਾਰੇ ਤੁਸੀਂ ਜ਼ਰੂਰ ਸਾਨੂੰ ਫੋਨ ਕਰ ਸਕਦੇ ਹੋ 516 825 0006 ਦੇ ਉੱਤੇ। ਅੱਜ ਚੋਣਾਂ ਦੇ ਨੋਟੀਫਿਕੇਸ਼ਨ ਹੋਣ ਔਰ ਨਾਮਜ਼ਦਗੀ ਪਰਚੇ ਭਰਨ ਦੇ ਨਾਲ ਹੀ ਇਹ ਚੋਣਾਂ ਦਾ ਅਮਲ ਜਿਹੜਾ 2014 ਦੀਆਂ ਲੋਕ ਸਭਾ ਚੋਣਾਂ ਜਿਸ ਨੇ ਨਵੀਂ ਸਰਕਾਰ ਚੁਣਨੀ ਹੈ ਉਸ ਦਾ ਅਮਲ ਅੱਜ ਆਰੰਭ ਹੋ ਚੁੱਕਾ ਹੈ ਔਰ ਜਿਹੜਾ ਇਹ ਪ੍ਰੋਗਰਾਮ ਹੈ ਇਸ ਦੇ ਮੁਤਾਬਕ ਨਾਮ ਦਾਖਲ ਕਰਨ ਦੀ ਆਖਰੀ ਤਾਰੀਖ 9 ਅਪ੍ਰੈਲ ਹੈ ਯਾਨੀ ਕਿ ਸਿਰਫ ਇੱਕ ਹਫ਼ਤੇ ਦਾ ਟਾਈਮ ਹੈ ਔਰ ਜਿਸ ਦੀ ਅਗਲੇ ਦਿਨ 10 ਤਾਰੀਖ ਨੂੰ ਜਿਹਦੀ ਛਾਣਬੀਨ ਹੋਏਗੀ ਉਹਨਾਂ ਕਾਗਜ਼ਾਂ ਦੀ ਔਰ 12 ਤਾਰੀਖ ਨੂੰ 12 ਅਪ੍ਰੈਲ ਨੂੰ ਨਾ ਵਾਪਸ ਲਏ ਜਾਣ ਦੀ ਤਾਰੀਖ ਹੈ ਜਿਹੜੀ ਮੁਕਰਰ ਕੀਤੀ ਗਈ ਹੈ। ਹੈਲੋ ਹੈਲੋ ਹਾਂਜੀ ਹਾਂਜੀ ਕੌਣ ਬੋਲ ਰਹੇ ਜੀ? ਹਾਂਜੀ ਦੱਸੋ, ਹੁਕਮ ਕਰੋ। ਆਪਣੇ ਗੈਟ ਪੰਜਾਬੀ ਦਾ ਨਹੀਂ ਜੀ ਗੈਟ ਪੰਜਾਬੀ ਤੋਂ ਬੋਲ ਰਹੇ ਹਾਂ ਜੀ, ਗੁਰਚਰਨਜੀਤ ਸਿੰਘ ਲਾਂਬਾ। ਹਾਂਜੀ ਤੁਸੀਂ ਪ੍ਰੋਗਰਾਮ ਵਿੱਚ ਹੋ? ਹਾਂਜੀ ਹਾਂਜੀ ਮੈਂ ਮਾਸਟਰ ਬਲਦੇਵ ਸਿੰਘ ਬੋਲ ਰਿਹਾ ਅੱਲੇ ਤੋਂ ਜੀ। ਹੁਕਮ ਕਰੋ ਵੀਰ ਜੀ ਬਲਦੇਵ ਸਿੰਘ ਜੀ। ਹਾਂਜੀ ਜਿਵੇਂ ਰਾਮੂ ਵਾਲੀਆ ਜੀ ਕਹਿ ਕੇ ਗਏ ਆ ਜੀ ਵੀ ਰਾਜਸਥਾਨ ਵਾਲੇ ਉੱਥੇ ਵੀ ਨਹੀਂ ਜ਼ਮੀਨ ਖਰੀਦ ਸਕਦੇ, ਪੰਜਾਬ ਵਾਲੇ ਹਿਮਾਚਲ 'ਚ ਨਹੀਂ ਖਰੀਦ ਸਕਦੇ, ਗੁਜਰਾਤ ਵਾਲਿਆਂ ਦਾ ਤਾਂ ਦੀਦਾ ਹੀ ਮੋਦੀ ਨੇ ਜਿਹੜਾ ਕੀਤਾ ਹੋਇਆ ਜੀ ਜੀ ਤੇ ਫਿਰ ਜੇ ਪੰਜਾਬ ਤੇ ਹਰਿਆਣਾ ਕਿਉਂ ਨਹੀਂ ਪਾਸ ਕਰ ਦਿੰਦੇ ਵੀ ਬਾਹਰੋਂ ਕੋਈ ਜ਼ਮੀਨ ਨਾ ਖਰੀਦੇ? ਬਸ ਅਸਲ ਵਿੱਚ ਸਾਡਾ ਇਹ ਪ੍ਰੋਗਰਾਮ ਲਿਆਉਣ ਦਾ ਪੁੱਛਣ ਦਾ ਮਕਸਦ ਵੀ ਇਹੀ ਸੀ ਕਿ ਉਹ ਗੱਲਾਂ ਸਾਹਮਣੇ ਆਉਣ।
ਬਹੁਤ ਕੁਝ ਹੋ ਰਿਹਾ ਹੈ ਜਿਹੜਾ ਕਿ ਅਸੀਂ ਸੁੱਤੇ ਪਏ ਆ, ਸਾਨੂੰ ਪਤਾ ਨਹੀਂ, ਬਲਕਿ ਅੱਗੇ ਵੀ ਕਈ ਵਾਰੀ ਦੱਸ ਚੁੱਕੇ ਹਾਂ। ਇੱਕ ਵਾਰ ਫਿਰ ਮੈਂ ਦੱਸ ਦਿਆਂ ਔਰ ਬੜੀ ਸਪਸ਼ਟਤਾ ਦੇ ਨਾਲ ਦੱਸਦੇ ਹਾਂ, ਤੁਸੀਂ ਜਿਹੜੇ ਬਾਹਰ ਰਹਿ ਰਹੇ ਹੋ ਅਮਰੀਕਾ 'ਚ, ਕੈਨੇਡਾ ਜਾਂ ਕਿਸੇ ਹੋਰ ਦੇਸ਼ ਵਿੱਚ, ਭਾਵੇਂ ਤੁਸੀਂ ਅਜੇ ਵੀ ਇੰਡੀਅਨ ਪਾਸਪੋਰਟ ਹੈ, ਤੁਸੀਂ ਪੰਜਾਬ ਦੇ ਵਿੱਚ ਜ਼ਮੀਨ ਨਹੀਂ ਖਰੀਦ ਸਕਦੇ। ਇਹ ਬੜਾ ਵੱਡਾ ਧੱਕਾ ਹੈ ਔਰ ਸਭ ਨੂੰ ਪੰਜਾਬੀ ਤੇ ਜਿਹੜੇ ਬਾਹਰ ਬੈਠੇ ਉਹ ਨਹੀਂ ਖਰੀਦ ਸਕਦੇ। ਗ੍ਰੀਨ ਕਾਰਡ ਵੀ ਹੋ ਗਿਆ, ਨਹੀਂ ਗ੍ਰੀਨ ਕਾਰਡ ਹੋਏ ਜਾਂ ਨਾ ਹੋਏ, ਅਗਰ ਜਿਹੜਾ ਬੰਦਾ ਬਾਹਰ ਰਹਿ ਰਿਹਾ ਹੈ ਅੱਜ, ਜਿਵੇਂ ਹੁਣ ਕੋਈ ਵੀ ਇੱਥੇ ਰਹਿ ਰਿਹਾ, ਭਾਵੇਂ ਉਹਨੇ ਅਮਰੀਕਾ ਦੀ ਜਾਂ ਕੈਨੇਡਾ ਦੀ ਸਿਟੀਜ਼ਨਸ਼ਿਪ ਨਹੀਂ ਲਈ ਹੈਗੀ, ਪਰ ਉਹ ਵੀ ਉਹਦੇ ਕੋਲ ਇੰਡੀਅਨ ਪਾਸਪੋਰਟ ਹੈ, ਉੱਥੇ ਦਾ ਵੋਟਰ ਹੈ, ਪਰ ਉੱਥੇ ਜ਼ਮੀਨ ਨਹੀਂ ਖਰੀਦ ਸਕਦਾ ਹਿੰਦੁਸਤਾਨ ਵਿੱਚ, ਐਗਰੀਕਲਚਰ ਲੈਂਡ ਨਹੀਂ ਖਰੀਦ ਸਕਦਾ। ਸ਼ਾਇਦ ਕਿੰਨੇ ਦਿਨ ਬਾਹਰ ਰਹਿ ਜਾਂਦਾ? 181 ਦਿਨ। ਉਹਦੇ ਵਿੱਚ ਦਿਨਾਂ ਦਾ ਉਹ ਇਨਕਮ ਟੈਕਸ ਦੇ ਵਿੱਚ ਹੈਗਾ, ਮਗਰ ਇਹਦੇ ਵਿੱਚ ਕੋਈ ਰਿਸਟ੍ਰਿਕਸ਼ਨ ਨਹੀਂ। ਜਿਸ ਦਿਨ ਉਹ ਬਾਹਰ ਰਹਿਣ ਦੇ ਇਰਾਦੇ ਨਾਲ ਆ ਗਿਆ, ਇੱਥੇ ਉਹਨੂੰ ਨੌਕਰੀ ਮਿਲ ਗਈ ਜਾਂ ਕੰਮ ਕਰ ਰਿਹਾ, ਫਿਰ ਉਹ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਵਿੱਚ ਜ਼ਮੀਨ ਨਹੀਂ ਲੈ ਸਕਦਾ। ਇਹਦੇ ਤੇ ਤੁਹਾਨੂੰ ਅਸੀਂ ਵਿਸਥਾਰ ਸਹਿਤ ਜ਼ਰੂਰ ਪ੍ਰੋਗਰਾਮ ਇੱਕ ਵਾਰ ਲੈ ਕੇ ਆਵਾਂਗੇ ਔਰ ਕੋਸ਼ਿਸ਼ ਕਰਾਂਗੇ ਰਾਮੂ ਵਾਲੀਆ ਜੀ ਨੂੰ ਹੀ ਲੈ ਕੇ ਆਈਏ, ਕਿਉਂਕਿ ਇਹਦੇ ਤੇ ਖੁਦ ਸਾਡੀਆਂ ਆਪ ਦੀਆਂ ਸਰਕਾਰਾਂ ਹੀ ਨਹੀਂ ਕੁਝ ਕਰ ਰਹੀਆਂ, ਕਿਸੇ ਨੇ ਕੀ ਕਰਨਾ। ਗੱਲ ਇਹ ਹੈ ਕਿ ਸਾਡਾ ਇਹੀ ਤਾਂ ਅਸੀਂ ਕਹਿਣਾ ਚਾਹੁੰਦੇ ਸੀਗੇ ਕਿ ਇਹਨਾਂ ਦੀ ਨੌਲੇਜ ਵਿੱਚ ਲੈ ਕੇ ਆਉਣਾ ਤਾਂ ਕਿ ਗੱਲ ਕਰ ਸਕਣ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਔਰ ਤੁਹਾਡੀ ਟਾਈਮ ਹੀ ਹੈ ਨਹੀਂ ਜੀ ਇਹਨਾਂ ਕੋਲ, ਤਾਂ ਪੈਸੇ ਇਕੱਠੇ ਕਰਨ ਵਾਲਾ ਟਾਈਮ ਹੈ ਬਸ। ਫਿਰ ਹੁਣ ਤੁਸੀਂ ਹੱਲ ਦੱਸੋ ਕੀ ਕਰੀਏ ਅਸੀਂ, ਤੇ ਫਿਰ ਗੱਲ ਹੀ ਕਰ ਸਕਦੇ ਆ ਨਾ ਜੀ, ਇਦੋਂ ਬਾਅਦ ਤੇ ਨਹੀਂ। ਹੱਲ ਤਾਂ ਇਹੀ ਹੈ ਵੀ ਜਿਵੇਂ ਆਪ ਪਾਰਟੀ ਕਰ ਰਹੀ ਹੈ ਉਹ ਸਹੀ, ਉਹਨੂੰ ਹਿੰਦੂ ਮੁਸਲਿਮ ਸਿੱਖ ਈਸਾਈ ਸਭ ਨੂੰ ਬਰਾਬਰ। ਦੇਖੋ ਮੈਂ ਸਿਰਫ ਇੱਕ ਗੱਲ ਦੱਸਣਾ ਚਾਹੁੰਦਾ, ਇੱਕੋ ਇੱਕ ਪਾਰਟੀ ਹੈ ਭਾਰਤੀ ਜਨਤਾ ਪਾਰਟੀ, ਜਿਹਦੀ ਰਾਮੂ ਵਾਲੀਆ ਜੀ ਨੂੰ ਅਸੀਂ ਦੱਸਿਆ ਕਿ 17% ਮੁਸਲਮਾਨ ਯੂਪੀ 'ਚ ਹੈਗੇ, ਇੱਕ ਵੀ ਮੁਸਲਮਾਨ ਨੂੰ ਸੀਟ ਨਹੀਂ ਦਿੱਤੀ। ਪੂਰੇ ਪੰਜਾਬ ਔਰ ਦਿੱਲੀ 'ਚ ਇੰਨੀ ਆਬਾਦੀ ਸਿੱਖਾਂ ਦੀ, ਇੱਕ ਬੰਦੇ ਨੂੰ ਵੀ ਇਹਨਾਂ ਨੇ ਨਹੀਂ ਦਿੱਤੀ। ਆਮ ਆਦਮੀ ਪਾਰਟੀ ਨੇ ਭਾਈ ਬਲਦੀਪ ਸਿੰਘ, ਡਾਕਟਰ ਦਲਜੀਤ ਸਿੰਘ, ਸਰਦਾਰ ਹਰਿੰਦਰ ਸਿੰਘ ਜਿਹੜੇ ਕਮਿਸ਼ਨਰ ਸਨ, ਹਾਈ ਕਮਿਸ਼ਨਰ, ਫੂਲਕਾ ਸਾਹਿਬ ਔਰ ਜਰਨੈਲ ਸਿੰਘ, ਇਹਨਾਂ ਨੂੰ ਸੀਟਾਂ ਦਿੱਤੀਆਂ। ਸੋ ਇਹ ਸਾਡੇ ਸਾਹਮਣੇ ਹੈ ਜੀ। ਬਹੁਤ ਬਹੁਤ ਧੰਨਵਾਦ ਸਾਹਿਬ ਨੂੰ ਤਾਂ ਇਉਂ ਕਹਿ ਰਹੇ ਆ ਨਾ, ਕਹਿੰਦੇ ਕਿ ਦਿੱਲੀ ਤੋਂ ਆਇਆ ਹੋਇਆ। ਬਸ ਠੀਕ ਹੈ ਜੀ, ਠੀਕ ਪ੍ਰਚਾਰ ਕੀ ਕਰ ਰਹੇ ਆ ਤੇ ਕਿੰਨਾ ਗਲਤ ਹੋ ਰਿਹਾ। ਠੀਕ ਹੈ, ਠੀਕ ਹੈ, ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ। ਕੱਲ ਜਮਾ ਹੀ ਸਿਰਾ ਕਰਤਾ, ਕਹਿੰਦੇ ਵੀ ਉਹ ਆਪਣੇ ਮੁਲਾਜ਼ਮਾਂ ਨੂੰ ਕਹਿੰਦਾ ਜਿਹੜੇ ਸਸਪੈਂਡ ਕੀਤੇ ਉਹਨਾਂ ਨੂੰ ਵੀ ਬਹਾਲ ਕਰ ਦਾਂਗੇ, ਤੁਸੀਂ ਵੋਟਾਂ ਜੇਤਲੀ ਨੂੰ ਪਾ ਦਿਓ। ਚਲੋ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਲਾਂਬਾ ਸਾਹਿਬ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ? ਮੈਂ ਬਲਜਿੰਦਰ ਸਿੰਘ। ਹਾਂਜੀ ਹਾਂਜੀ ਹਾਂਜੀ, ਬਲਜਿੰਦਰ ਸਿੰਘ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਲਾਂਬਾ ਸਾਹਿਬ, ਰਾਮੂ ਵਾਲੀਆ ਸਾਹਿਬ ਜਿਹੜੇ ਇਹਨਾਂ ਨੇ ਕਿਹਾ ਕਿ ਅਸੀਂ 60 ਸਾਲ ਤੋਂ ਕਾਂਗਰਸ ਦੇ ਵਾਅਦੇ ਆ ਜਿਹੜੇ ਆ ਉਹਨਾਂ ਦੇ ਮੂਰਖ ਬਣੀ ਜਾ ਰਹੇ ਆ, ਤੇ ਅਕਾਲੀ ਦਲ ਵੀ ਪਿਛਲੇ ਸਾਨੂੰ ਉਹਨੇ ਕੁ ਸਮੇਂ ਤੋਂ ਹੀ ਮੂਰਖ ਬਣਾ ਰਿਹਾ। ਇਹਨਾਂ ਨੂੰ ਵੀ ਮੁੱਦੇ ਉਦੋਂ ਹੀ ਯਾਦ ਆਉਂਦੇ ਨੇ ਜਦੋਂ ਚੋਣਾਂ ਆਉਂਦੀਆਂ, ਜਦੋਂ ਸਰਕਾਰ ਦੇ ਵਿੱਚ ਹੁੰਦੇ ਨੇ ਉਦੋਂ ਇਹਨਾਂ ਨੂੰ ਕੋਈ ਮੁੱਦਾ ਨਹੀਂ ਚੇਤੇ ਆਉਂਦਾ। ਜਿਵੇਂ ਤੁਸੀਂ ਰਾਈਟਲੀ ਪੁਆਇੰਟ ਆਊਟ ਕੀਤਾ ਨਸ਼ਿਆਂ ਦਾ, ਜੋ ਸਰਕਾਰ ਜਿਹੜੀ ਆ ਉਹ ਨਸ਼ਿਆਂ ਨੂੰ ਰੋਕਣ ਲਈ ਕੁਛ ਨਹੀਂ ਕਰ ਰਹੀ, ਪਰ ਲੋਕ ਇਹ ਸਾਨੂੰ ਸਿੱਖਿਆ ਦੇ ਰਹੇ ਨੇ ਕਿ ਸਾਨੂੰ ਕਰਨਾ ਚਾਹੀਦਾ। ਇਹ ਨਹੀਂ ਕਹਿੰਦਾ ਕਿ ਨਹੀਂ ਕਰਨਾ ਚਾਹੀਦਾ, ਪਰ ਸਰਕਾਰ ਆਪਣਾ ਫਰਜ਼ ਕੋਈ ਨਾ ਨਿਭਾਵੇ ਤੇ ਜਿਹੜੇ ਲੋਕ ਨੇ ਨਾ ਉਹਨਾਂ ਨੂੰ ਅਸੀਂ ਸਮਝੌਤਾ ਬਹੁਤੀਆਂ ਦਿੰਦੇ ਆ। ਬਾਕੀ ਜਿੱਥੋਂ ਤੱਕ ਤਲੋਕਾਤ ਹੈਗਾ ਵਾ ਕਿ ਬਲੂ ਸਟਾਰ ਆਪਰੇਸ਼ਨ ਦਾ ਮੈਨੀਫੈਸਟੋ ਵਿੱਚ ਇਹ ਕਹਿੰਦੇ ਜ਼ਿਕਰ ਕੀਤਾ ਜੀ, ਤੇ ਇਹਨਾਂ ਨੂੰ ਪੁੱਛੇ ਕਿ ਜਿਹੜੀਆਂ ਸਲਾਈਡਾਂ ਤੁਸੀਂ ਅੱਜ ਹੀ ਵਿਖਾਈਆਂ ਵਾ ਜਿਹਦੇ ਵਿੱਚ ਟਾਈਲਾਂ ਸਨ ਜਿਹੜੀਆਂ, ਬਸ ਉਹ ਗੱਲੀ ਬਾਤੀ ਕੀਤਾ। ਮੈਂ ਅਖੀਰ ਦੇ ਸਾਨੂੰ ਮੈਂ ਗੁਸਤਾਖੀ ਮਾਫ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਕੇਵਲ ਇੱਕ ਗੱਲ ਕਹਿਣੀ ਚਾਹਾਂਗਾ, ਗੁਰੂ ਅਮਰਦਾਸ ਜੀ ਦਾ ਇੱਕ ਬਚਨ ਹੈ, ਮੂਰਖ ਹੋਵੇ ਸੋ ਸੁਣੇ ਮੂਰਖ ਕਾ ਕਹਿਣਾ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਈਮੇਲ ਜ਼ਰੂਰ ਪਾਓ, ਤੁਹਾਡਾ ਇੰਤਜ਼ਾਰ ਹੋਏਗਾ। lamba@getpunjabi.tv। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।